ਡੀਡੀ ਪੰਜਾਬੀ ਤੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇਖ ਰਹੇ ਸਾਰੇ ਕਿਸਾਨ ਦੋਸਤਾਂ ਦਾ ਨਿੱਘਾ ਸਵਾਗਤ। ਕਿਸਾਨ ਦੋਸਤੋ, ਖੇਤੀਬਾੜੀ ਦੇ ਵਿੱਚ ਜਦੋਂ ਵੀ ਅਸੀਂ ਸੰਯੁਕਤ ਖੇਤੀ ਪ੍ਰਣਾਲੀ ਦੀ ਗੱਲ ਕਰਦੇ ਹਾਂ ਤਾਂ ਮਾਹਿਰਾਂ ਦੇ ਵੱਲੋਂ ਬਹੁਤ ਸਾਰੇ ਸਹਾਇਕ ਕਿੱਤੇ ਖੇਤੀ ਦੇ ਨਾਲ ਅਪਣਾਉਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਜੇ ਅਸੀਂ ਸਹਾਇਕ ਕਿੱਤਿਆਂ ਦੀ ਗੱਲ ਕਰੀਏ, ਇਹਨਾਂ ਦੇ ਨਾਲ ਸਾਡੀ ਆਮਦਨ ਦੇ ਵਿੱਚ ਵਾਧਾ ਤਾਂ ਹੁੰਦਾ ਹੀ ਹੈ ਤੇ ਇਸ ਨਾਲ ਸਾਡੇ ਬਹੁਤ ਸਾਰੇ ਫਾਇਦੇ ਵੀ ਹੁੰਦੇ ਨੇ। ਖੇਤੀ ਦੇ ਵਿੱਚ ਡੇਅਰੀ ਫਾਰਮਿੰਗ ਨੂੰ ਅੱਜ ਇੱਕ ਸਹਾਇਕ ਕਿੱਤੇ ਵਜੋਂ ਫਾਇਦੇਮੰਦ ਕਿੱਤੇ ਵਜੋਂ ਗਿਣਿਆ ਜਾ ਰਿਹਾ ਤੇ ਮਾਹਿਰ ਅਕਸਰ ਦੱਸਦੇ ਨੇ ਕਿ ਜੇ ਅਸੀਂ ਡੇਅਰੀ ਫਾਰਮਿੰਗ ਨੂੰ ਸਹਾਇਕ ਕਿੱਤੇ ਵਜੋਂ ਅਪਣਾਉਂਦੇ ਹਾਂ ਤਾਂ ਸਾਨੂੰ ਆਮਦਨ ਦੇ ਵਿੱਚ ਜਿਹੜਾ ਵਾਧਾ ਹੁੰਦਾ ਤੇ ਸਾਡੇ ਖੇਤੀ ਦੇ ਖਰਚੇ ਵੀ ਘਟਦੇ ਨੇ। ਪਰ ਇਹਦੇ ਨਾਲ ਕੁਝ ਮੁਸ਼ਕਲਾਂ ਵੀ ਨੇ, ਖਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਜਦੋਂ ਗਰਮੀ ਹੁੰਦੀ ਹੈ ਤੇ ਸਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਪਸ਼ੂਆਂ ਨੂੰ ਆਉਂਦੀਆਂ ਨੇ। ਤੇ ਇਸੇ ਤਰ੍ਹਾਂ ਦਾ ਹੀ ਇੱਕ ਵਿਸ਼ਾ ਲੈ ਕੇ ਪਹੁੰਚੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਬਰਸਾਤ ਦੇ ਦਿਨਾਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ। ਬਹੁਤ ਹੀ ਅਹਿਮ ਵਿਸ਼ਾ ਹੈ ਔਰ ਇਸ ਵਿਸ਼ੇ 'ਤੇ ਚਰਚਾ ਕਰਨ ਲਈ ਸਾਡੇ ਦਰਮਿਆਨ ਮਾਹਿਰ ਪਹੁੰਚੇ ਨੇ। ਡਾਕਟਰ ਅਨਿਲ ਕੁਮਾਰ ਜੀ, ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ, ਜੋ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ। ਸੋ ਡਾਕਟਰ ਸਾਹਿਬ ਤੋਂ ਜਾਣਾਂਗੇ ਅੱਜ ਦੇ ਇਸ ਪ੍ਰੋਗਰਾਮ ਦੀ ਰਾਏ ਤੇ ਅਹਿਮ ਜਾਣਕਾਰੀ। ਸੋ ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ। ਡਾਕਟਰ ਸਾਹਿਬ, ਅਕਸਰ ਆਪਾਂ ਗੱਲ ਕਰਦੇ ਹਾਂ ਕਿ ਵਾਤਾਵਰਣ ਦੇ ਵਿੱਚ ਅਚਾਨਕ ਤਬਦੀਲੀਆਂ ਆ ਰਹੀਆਂ। ਪਿੱਛੇ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਬਾਰਿਸ਼ਾਂ ਵੀ ਆਈਆਂ ਔਰ ਕਈ ਵਾਰ ਬਹੁਤ ਸਾਰਾ ਜਿਹੜਾ ਹੁਮਸ ਆ ਉਹ ਹੋ ਜਾਂਦਾ। ਆਮ ਆਪਾਂ ਨਾਗਰਿਕ ਹਾਂ, ਆਪਾਂ ਤਾਂ ਬੋਲ ਕੇ ਦੱਸ ਦਿੰਦੇ ਹਾਂ, ਆਪਾਂ ਇੰਤਜ਼ਾਮ ਵੀ ਕਰ ਲੈਂਦੇ ਹਾਂ ਕਿ ਗਰਮੀ ਆ ਗਈ ਏਸੀ ਲਗਾ ਲਈਏ ਜਾਂ ਆਪਾਂ ਕਿਸੇ ਠੰਡੇ ਜਗ੍ਹਾ 'ਤੇ ਬੈਠ ਜਾਈਏ। ਪਰ ਖਾਸ ਕਰਕੇ ਜਿਹੜੇ ਪਸ਼ੂ ਨੇ, ਪਸ਼ੂਆਂ ਦੇ ਲਈ ਬਹੁਤ ਸਾਰਾ ਇਹ ਔਖਾ ਸਮਾਂ ਹੁੰਦਾ ਹੈ। ਬਿਲਕੁਲ। ਇਸ ਸਮੇਂ ਦੇ ਦੌਰਾਨ, ਬਾਰਿਸ਼ ਦੇ ਸਮੇਂ ਦੇ ਦੌਰਾਨ ਪਸ਼ੂਆਂ ਨੂੰ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਉਹਦੇ ਲਈ ਆਪਣੇ ਕੋਲ ਕੀ ਹੱਲ ਨੇ? ਜਿੱਦਾਂ ਕਿ ਤੁਸੀਂ ਜ਼ਿਕਰ ਕੀਤਾ ਕਿ ਪਸ਼ੂਆਂ ਨੂੰ ਬਦਲਦੇ ਮੌਸਮ ਦੇ ਨਾਲ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਇਹਦੇ ਵਿੱਚ ਜਿਹੜਾ ਸਾਹਮਣਾ ਪਸ਼ੂ ਲਈ ਜ਼ਿਆਦਾਤਰ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਉਹ ਜਦੋਂ ਪੀਕ ਦੀ ਗਰਮੀ ਹੁੰਦੀ ਆ, ਮਿਡ ਅਪ੍ਰੈਲ ਮਈ ਤੋਂ ਲੈ ਕੇ ਜਦੋਂ ਲੂਆਂ ਚੱਲਦੀਆਂ ਔਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਸਟਾਰਟ ਵਿੱਚ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ, ਉਸ ਦੌਰਾਨ ਪਸ਼ੂ ਨੂੰ ਆਪਣੀ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਜੇ ਤਾਂ ਪਸ਼ੂ ਪਾਲਕ ਇਹਨਾਂ ਚੀਜ਼ਾਂ ਦਾ ਧਿਆਨ ਰੱਖਦਾ ਹੋਵੇ, ਇਹਨਾਂ ਚੀਜ਼ਾਂ ਦਾ ਧਿਆਨ ਰੱਖੇ ਕਿ ਪਸ਼ੂ ਨੂੰ ਕਿੱਦਾਂ ਮੈਂ ਇਸ ਮੌਸਮ ਵਿੱਚ ਆਰਾਮਦਾਇਕ ਢਾਰਾ ਦੇਣਾ ਜਾਂ ਸ਼ੈੱਡ ਦੇਣੀ ਆ, ਫਿਰ ਤਾਂ ਪਸ਼ੂ ਪਾਲਕ ਜਿਹੜਾ ਆ ਉਸ ਪਸ਼ੂ ਤੋਂ ਜਿਸ ਕੰਮ ਲਈ ਉਸਨੇ ਰੱਖਿਆ, ਜਿੱਦਾਂ ਦੁੱਧ ਦੀ ਪੈਦਾਵਾਰ ਲਈ ਅਸੀਂ ਗਾਈਆਂ ਮੱਝਾਂ ਰੱਖਦੇ ਹਾਂ, ਉਹ ਪੂਰਾ ਲਾਹਾ ਲੈ ਸਕਦਾ। ਜੇ ਪਸ਼ੂ ਪਾਲਕ ਕਿਸੇ ਵੀ ਕੰਮ ਤੋਂ ਅਵੇਸਲਾ ਹੋ ਜਾਏ, ਫਿਰ ਪਸ਼ੂ ਨੂੰ ਬਹੁਤ ਤਰ੍ਹਾਂ ਦੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪੈਂਦਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਸ਼ੈਡਸ ਦੀ ਗੱਲ ਕਰ ਲਈਏ ਆਪਾਂ, ਵੀ ਜੇ ਲੀਕੀ ਰੂਫ ਹੋਵੇ, ਜੇ ਛਾਤੀ ਚੌਂਦੀ ਹੋਵੇ ਉਸ ਦੀ, ਪਸ਼ੂ ਜਿੱਥੇ ਪਸ਼ੂ ਬੰਨੇ ਨੇ ਉਸ ਸ਼ੈੱਡ ਦੀ ਛਾਤੀ ਚੌਂਦੀ ਹੋਵੇ ਤਾਂ ਉਹਦੇ ਵਿੱਚੋਂ ਜਿਹੜਾ ਪਾਣੀ ਸਿਮ ਕੇ ਉੱਥੇ ਅੰਦਰ ਸਲਾਬਾ ਹੋਰ ਵਧੂਗਾ। ਮੌਸਮ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਨਮੀ ਹੈ, ਜਿਹੜਾ ਉਹ ਸਲਾਬਾ ਆ ਉਹ ਸ਼ੈੱਡ ਦੇ ਵਿੱਚ, ਕਿਉਂਕਿ ਕਲੋਜ਼ਡ ਇਨਵਾਇਰਨਮੈਂਟ ਕਈ ਵਾਰੀ ਹੁੰਦਾ, ਬਹੁਤੀਆਂ ਸ਼ੈੱਡਾਂ ਖੁੱਲ੍ਹੀਆਂ ਪਸ਼ੂ ਪਾਲਕਾਂ ਨੇ ਨਹੀਂ ਬਣਾਈਆਂ ਹੁੰਦੀਆਂ, ਕਿਉਂਕਿ ਆਰਗੇਨਾਈਜ਼ਡ ਡੇਅਰੀ ਆਪਣੇ ਹਲੇ ਵੀ ਬਹੁਤਾ ਵੱਡਾ ਕਨਸੈਪਟ ਜਿਹੜਾ ਹਲੇ ਨਹੀਂ ਬਣਿਆ। ਮੋਸਟਲੀ 5-5 7 ਜਾਨਵਰਾਂ ਦਾ ਇੱਕ ਕਮਰਾ ਬਰਾਂਡਾ ਬਣਿਆ ਹੁੰਦਾ। ਉੱਥੇ ਜਦੋਂ ਇੱਦਾਂ ਦਾ ਮਾਹੌਲ ਬਣ ਜਾਂਦਾ, ਫਿਰ ਉਹ ਕਲੋਜ਼ਡ ਇਨਵਾਇਰਨਮੈਂਟ ਵਿੱਚ ਜਿਹੜਾ ਬਰਸਾਤ ਦਾ ਮੌਸਮ ਦੇ ਕਰਕੇ ਜਿਹੜੀ ਨਮੀ 'ਚ ਵਾਧਾ ਹੋਇਆ, ਉਸ ਨਮੀ ਕਰਕੇ ਪਸ਼ੂਆਂ ਨੂੰ ਜਿਹੜੀ ਅਮੋਨੀਆ ਦੀ ਪ੍ਰੋਡਕਸ਼ਨ ਉੱਥੇ ਜਿਹੜੀ ਗੈਸ ਦੀ ਹੋ ਜਾਂਦੀ ਆ, ਉਹ ਬਹੁਤ ਜ਼ਿਆਦਾ ਤੰਗ ਕਰਦੀ ਆ। ਕਿਉਂਕਿ ਅਮੋਨੀਆ ਜਿਹੜਾ ਆਪਾਂ ਜਾਣਦੇ ਸਾਰੇ ਬਹੁਤ ਇਰੀਟੇਟਿੰਗ ਗੈਸ ਹੈ। ਪਸ਼ੂ ਨੂੰ ਮਤਲਬ ਉਹਦੀਆਂ ਅੱਖਾਂ 'ਚ ਰੜਕ ਪਏਗੀ ਜਾਂ ਉਹਦੀਆਂ ਅੱਖਾਂ ਸੁੱਜ ਜਾਣਗੀਆਂ ਜਾਂ ਪਾਣੀ ਵਗਣਾ ਸ਼ੁਰੂ ਹੋ ਜਾਏਗਾ। ਪਸ਼ੂ ਨੇ ਦੇਖੋ ਬੋਲ ਕੇ ਤਾਂ ਦੱਸਣਾ ਨਹੀਂ, ਉਹਨੇ ਕੋਈ ਨਾ ਕੋਈ ਆਪਣੀ ਅਲਾਮਤ ਜੇ ਕੋਈ ਆ ਗਈ ਆ ਤਾਂ ਉਹਨੇ ਦੱਸ ਦੇਣਾ, ਕੋਈ ਸਾਈਨ ਦੇ ਦੇਣਾ ਤੁਹਾਨੂੰ। ਜਾਂ ਤਾਂ ਉਹ ਆਫ ਫੀਡ ਹੋ ਜਾਏਗਾ, ਯਾਨੀ ਕਿ ਆਪਣਾ ਚਾਰਾ ਖਾਣਾ ਛੱਡ ਦੇਗਾ, ਜਾਂ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਪ੍ਰੋਡਕਸ਼ਨ 'ਤੇ ਅਸਰ ਪਊਗਾ। ਜੇ ਪਸ਼ੂ ਮਤਲਬ ਕਿਸੇ ਵੇਲੇ ਹੀਟ 'ਚ ਆਉਣ ਵਾਲਾ ਆ, ਉਹ ਉਸ ਸਟ੍ਰੈਸ ਦੇ ਕਰਕੇ, ਜਿਹੜਾ ਮੌਸਮ ਦੇ ਸਟ੍ਰੈਸ ਕਰਕੇ ਹੀਟ ਵਿੱਚ ਨਹੀਂ ਆਊਗਾ। ਹੀਟ ਸਟ੍ਰੈਸ ਦੀ ਤਾਂ ਇੰਨੀ ਵੀ ਡੂੰਘੀ ਮਤਲਬ ਅਸਰ ਪੈਂਦਾ ਪਸ਼ੂ ਦੇ ਉੱਤੇ। ਜਦੋਂ ਪੀਕ ਦਾ ਸੀਜ਼ਨ ਹੁੰਦਾ, ਆਪਣੇ ਲੂਆਂ ਚੱਲਦੀਆਂ, ਉਹਦੇ ਕਰਕੇ ਪਸ਼ੂ ਜਿਹੜੇ ਕਈ ਗੱਭਣ ਹੁੰਦੇ ਆ ਉਹ ਆਪਣਾ ਫਲ ਵੀ ਸਿੱਟ ਜਾਂਦੇ, ਜਿੱਦਾਂ ਪਸ਼ੂ ਕਹਿੰਦੇ ਆਪਾਂ ਤੂ ਜਾਂਦਾ। ਮੌਸਮ ਦਾ ਸਟ੍ਰੈਸ ਤਾਂ ਇੰਨੇ ਲੈਵਲ ਤੱਕ ਪਸ਼ੂ 'ਤੇ ਮਾਰ ਕਰ ਸਕਦਾ। ਜੀ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈ ਵੀ ਬਰਸਾਤ ਦੇ ਦਿਨਾਂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਪਸ਼ੂਆਂ ਨੂੰ ਆਉਂਦੀਆਂ ਨੇ। ਜੇ ਆਪਾਂ ਗੱਲ ਕਰੀਏ ਆਮ ਦਿਨਾਂ ਦੀ, ਵੀ ਬਰਸਾਤਾਂ ਨੂੰ ਆਪਾਂ ਛੱਡ ਦਈਏ ਜਾਂ ਸਰਦੀਆਂ ਹੁੰਦੀਆਂ ਜਾਂ ਨਾਰਮਲ ਮੌਸਮ ਹੁੰਦਾ, ਬਿਲਕੁਲ, ਤੇ ਤਾਪਮਾਨ ਕਿੰਨਾ ਕੁ ਜਿਹੜਾ ਆ ਪਸ਼ੂਆਂ ਨੂੰ ਜਿਹੜਾ ਆਪਾਂ ਉਹ ਸਹਿਣ ਨਹੀਂ ਕਰ ਸਕਦੇ? ਕਿਸ ਤਰ੍ਹਾਂ ਦੇ ਬਦਲਾਅ ਹੁੰਦੇ ਨੇ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਪਸ਼ੂਆਂ ਲਈ ਹਾਨੀਕਾਰਕ ਨੇ? ਜਿਹੜੇ ਬੋਡੀ ਟੈਂਪਰੇਚਰ ਜਿੱਦਾਂ ਆਪਣੇ ਹਿਊਮਨ ਵਿੱਚ 98.6 ਡਿਗਰੀ
ਹੁੰਦਾ। ਇਦਾਂ ਹੀ ਜਿਹੜਾ ਪਸ਼ੂਆਂ ਦਾ ਟੈਂਪਰੇਚਰ ਜਿਹੜਾ ਵੇਰੀ ਕਰਦਾ, ਗਾਵਾਂ ਮੱਝਾਂ ਦਾ 101 ਤੋਂ ਲੈ ਕੇ 101.5 ਤੱਕ, 100 ਤੋਂ 101.5 ਤੱਕ ਡਿਪੈਂਡਿੰਗ ਅਪਨ ਦਾ ਸੀਜ਼ਨ। ਜੇ ਇਸ ਜਿਹਨੂੰ ਆਪਾਂ ਕਨਵਰਟ ਕਰੀਏ ਸੈਂਟੀਗ੍ਰੇਡ ਤੱਕ ਤਾਂ ਇਹ ਤਕਰੀਬਨ 37 ਡਿਗਰੀ ਤੱਕ ਪਹੁੰਚਦਾ। ਤੇ ਜਿਹੜਾ ਬੋਡੀ ਟੈਂਪਰੇਚਰ ਨਾਲੋਂ ਜੇ এনवायरमेंट ਦਾ ਟੈਂਪਰੇਚਰ ਘੱਟ ਹੋਵੇ ਉਸੇ ਕੰਡੀਸ਼ਨ ਵਿੱਚ ਹੀ ਆਪਾਂ ਕੰਫਰਟੇਬਲ ਰਹਿੰਦੇ ਆ। ਦੈਟਸ ਵਾਈ ਅਸੀਂ ਜਿਹੜੇ ਏਸੀ 'ਚ ਬਹਿਨੇ ਜਾ ਕੇ 27-28 ਡਿਗਰੀ ਤੇ ਲਾ ਕੇ ਜਾਂ 25 ਡਿਗਰੀ ਤੇ ਲਾ ਕੇ, ਕਿਉਂਕਿ ਸਾਡੀ ਬੋਡੀ 37 ਡਿਗਰੀ ਤੇ ਹੁੰਦੀ ਆ, 36-37 ਡਿਗਰੀ ਹੁੰਦੀ ਆ, ਤੇ ਜਿਹੜਾ ਉਹ ਤੋਂ ਘੱਟ ਟੈਂਪਰੇਚਰ ਆ ਉਹਦੇ 'ਚ ਬੋਡੀ ਕੰਫਰਟੇਬਲ ਰਹਿੰਦੀ ਆ ਤੇ ਆਪਾਂ ਐਫੀਸ਼ੀਐਂਟਲੀ ਕੰਮ ਵੀ ਕਰ ਸਕਦੇ ਆ। ਸੇਮ ਜਿਹੜਾ ਉਹੀ ਫਾਰਮੂਲਾ ਪਸ਼ੂਆਂ ਤੇ ਅਪਲਾਈ ਹੁੰਦਾ ਵੀ ਜਿਹੜਾ ਪਸ਼ੂਆਂ ਨੂੰ ਜਿਹੜਾ ਨਾਰਮਲ ਟੈਂਪਰੇਚਰ ਤੇ ਜਿਹੜੀ ਐਕਸਟ੍ਰੀਮ ਜਿਹੜੀ ਕੋਲਡ ਹੈ ਜਾਂ ਐਕਸਟ੍ਰੀਮ ਵਿੰਟਰ ਹੈ, ਦੋਨੇ ਹੀ ਉਹਨਾਂ ਤੇ ਅਸਰ ਕਰਦੀਆਂ। ਕਿਉਂਕਿ ਜਿਹੜੀ ਮੈਂ ਪਹਿਲਾਂ ਗੱਲਾਂ ਕੀਤੀਆਂ ਵੀ ਪਸ਼ੂ ਨੇ ਪ੍ਰੋਡਕਸ਼ਨ ਲਈ ਆਪਾਂ ਰੱਖਿਆ, ਉਹਨੇ ਆਪਣੀ ਪ੍ਰੋਡਕਸ਼ਨ ਘਟਾ ਦੇਣੀ ਆ, ਕਿਉਂਕਿ ਫੀਡ ਇਨਟੇਕ ਘਟੀ, ਉਹਦਾ ਖਾਣਾ ਪੀਣਾ ਘਟਿਆ ਤੇ ਨਾਲ ਦੀ ਨਾਲ ਹੀ ਉਹਦੀ ਪ੍ਰੋਡਕਸ਼ਨ ਤੇ ਅਸਰ ਪੈਣਾ, ਉਹਦੀ ਦੁੱਧ ਦੀ ਪ੍ਰੋਡਕਸ਼ਨ ਘਟ ਜਾਣੀ ਆ। ਜੇ ਉਹ ਗੱਭਣ ਹੈ ਤਾਂ ਉਹ ਫਲ ਸਿੱਟ ਸਕਦਾ। ਐਕਸਟ੍ਰੀਮ ਕੰਡੀਸ਼ਨ ਦੀ ਗੱਲ ਕਰਦਾ ਮੈਂ, ਜਿੱਦਾਂ ਪੂਰੀਆਂ ਜਿੱਦਾਂ ਧੁੰਦਾਂ ਪੈਂਦੀਆਂ ਦਸੰਬਰ ਜਨਵਰੀ ਦੇ ਮਹੀਨੇ 12-12 13-13 ਦਿਨ ਜਦੋਂ ਸੂਰਜ ਨਹੀਂ ਨਿਕਲਦਾ, ਉਹ ਵੀ ਐਕਸਟ੍ਰੀਮ ਕੰਡੀਸ਼ਨ ਦਾ ਪਸ਼ੂਆਂ ਵਾਸਤੇ। ਜਿੱਦਾਂ ਅਪ੍ਰੈਲ ਦੇ ਔਰ ਮਈ ਦੇ ਵਿੱਚ ਜਦੋਂ ਲੂਆਂ ਚੱਲਦੀਆਂ ਜੂਨ ਦੇ ਵਿੱਚ, ਉਹ ਵੀ ਇੱਕ ਐਕਸਟ੍ਰੀਮ ਕੰਡੀਸ਼ਨ ਆ। ਜਿਹੜਾ ਕੰਫਰਟੇਬਲ ਮੌਸਮ ਆ, ਜਿੱਦਾਂ ਫੇਵਰਲ ਆਪਾਂ ਗਿਣਦੇ ਆ ਹਿਊਮਨ ਵਾਸਤੇ, ਸੇਮ ਇਜ਼ ਦਾ ਵਿਦ ਦਾ ਐਨੀਮਲਸ। ਉਹੀ ਜਿਹੜੀਆਂ ਗਾਈਆਂ, ਕਿਉਂਕਿ ਬਾਹਰਲੀ ਨਸਲ ਦੀਆਂ ਗਾਈਆਂ ਨੂੰ ਇਸ ਤੇ ਜ਼ਿਆਦਾ ਅਸਰ ਹੁੰਦਾ। ਮੱਝਾਂ ਆਪਣਾ ਦੇਸੀ ਜਾਨਵਰ ਹੈ ਔਰ ਰੈਜ਼ਿਸਟੈਂਟ ਵੀ ਹੈ ਥੋੜ੍ਹਾ, ਇਸ ਕਰਕੇ ਮੱਝਾਂ ਨੂੰ ਇਹਦੇ 'ਚ ਥੋੜ੍ਹਾ ਘੱਟ ਅਸਰ ਹੁੰਦਾ। ਪਰ ਸਰਦੀਆਂ ਜਿਹੜੀਆਂ ਉਹ ਮੱਝਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਕਰਦੀਆਂ। ਮੋਸਟਲੀ ਮੱਝਾਂ ਵਿੱਚ ਹਾਈਪੋਥਰਮੀਆ ਵਗੈਰਾ ਦੇ ਮਤਲਬ ਟੈਂਪਰੇਚਰ, ਬੋਡੀ ਟੈਂਪਰੇਚਰ ਘਟਣ ਦੇ ਕੇਸਿਸ ਆਉਣੇ ਸ਼ੁਰੂ ਹੋ ਜਾਂਦੇ ਉਸ ਟਾਈਮ। ਜੀ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਵੀ ਜਿਹੜਾ ਤਾਪਮਾਨ ਆ ਮੱਝਾਂ ਔਰ ਗਾਵਾਂ ਲਈ ਅਲੱਗ-ਅਲੱਗ ਉਹਨਾਂ ਨੂੰ ਜਿਹੜਾ ਇਹਦਾ ਪ੍ਰਭਾਵਿਤ ਕਰਦਾ, ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਤਰੀਕੇ ਨਾਲ। ਬਿਲਕੁਲ। ਤੁਸੀਂ ਗੱਲ ਕੀਤੀ ਸ਼ੈੱਡ ਦੀ, ਕਿ ਜਿਹੜੀ ਸ਼ੈੱਡ ਆ ਉਹ ਹਵਾਦਾਰ ਹੋਣੀ ਚਾਹੀਦੀ ਆ। ਬਿਲਕੁਲ। ਉਹ ਕਿਸ ਤਰ੍ਹਾਂ ਦਾ ਡਿਜ਼ਾਈਨ ਆ? ਜੇ ਆਪਾਂ ਗੱਲ ਕਰੀਏ ਕਿ ਹਰ ਇੱਕ ਜਿਹੜਾ ਫਾਰਮਰ ਆ, ਪਸ਼ੂ ਪਾਲਕ ਆ, ਉਹ ਸ਼ੈੱਡ ਅਫੋਰਡ ਨਹੀਂ ਕਰਦਾ, ਤੁਹਾਡੇ ਹਿਸਾਬ ਨਾਲ ਵੀ ਜਿੱਥੇ-ਜਿੱਥੇ ਵੀ ਸ਼ੈੱਡ ਬਣੀ ਹੋਈ ਆ ਉਹਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਉੱਥੇ ਜਿਹੜਾ ਹਵਾ ਦਾ ਪੈਸੇਜ ਸਹੀ ਹੋਵੇ ਤੇ ਜਿਹੜੀ ਪਸ਼ੂ ਨੂੰ ਗਰਮੀ ਆ ਉਹ ਮਹਿਸੂਸ ਨਾ ਹੋਵੇ? ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਵੀ ਸ਼ੈੱਡ ਦੀ ਬਣਤਰ ਦੀ, ਆਪਾਂ ਇੱਕ ਬਿਲਕੁਲ ਆਈਡੀਅਲ ਡੇਅਰੀ ਫਾਰਮ ਤੇ ਖੜੇ ਹਾਂ ਤੇ ਇਹ ਜਿਹੜੀ ਸ਼ੈੱਡ ਆ ਦੈਟਸ ਆਈਡੀਅਲ, ਕਿਉਂਕਿ ਇਹਦੇ ਵਿੱਚ ਪੂਰੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਜਾਨਵਰਾਂ ਨੂੰ ਪੂਰਾ ਹਵਾ ਹਰਾ ਆ, ਪਿੱਛੇ ਦਰਖਤ ਨੇ ਔਰ ਆਲੇ ਦੁਆਲੇ ਸਾਰੀਆਂ ਜਿਹੜੀਆਂ ਸਰਾਊਂਡਿੰਗਸ ਵਿੱਚ ਵੀ ਦਰਖਤ ਲੱਗੇ ਨੇ। ਸ਼ੈੱਡ ਦੀ ਹਾਈਟ ਬਹੁਤ ਆਪਟੀਮਮ ਲੈਵਲ ਤੇ ਆ ਔਰ ਜਿਹੜੀ ਨਿਕਾਸੀ ਆ ਜਿਹੜੀ ਗਰਮ ਹਵਾ ਦੀ, ਜਿਹੜੇ ਪਸ਼ੂ ਨੂੰ ਤਕਲੀਫ ਦੇਊਗੀ ਜਿਹੜੇ ਕੋਈ ਵੀ, ਉਹ ਇਸ ਤਰ੍ਹਾਂ ਦਾ ਕੋਈ ਇਹਦੇ ਵਿੱਚ ਕੋਈ ਅਲਾਮਤ ਪੈਦਾ ਨਹੀਂ ਕਰ ਸਕਦੀ, ਕਿਉਂਕਿ ਪਸ਼ੂ ਨੂੰ ਹਵਾ ਹਰਾ ਜਿਹੜਾ ਉਹ ਮਿਲਦਾ। ਤੇ ਜਿਹੜੀ ਛਾਇਆਦਾਰ ਦਰਖਤ ਨੇ ਉਹ ਇਸ ਚੀਜ਼ 'ਚ ਬਹੁਤ ਜ਼ਿਆਦਾ ਹੈਲਪ ਕਰਦੇ ਨੇ, ਕਿਉਂਕਿ ਹਵਾ ਜਿਹੜੀ ਆ ਉਹ ਠੰਡੀ ਹੋ ਕੇ ਪਸ਼ੂ ਤੱਕ ਪਹੁੰਚਦੀ ਆ। ਮੋਸਟਲੀ ਜਿਹੜੇ ਆ ਕਈ ਜਿੱਦਾਂ ਆਰਗੇਨਾਈਜ਼ਡ ਡੇਅਰੀ ਜਿੱਦਾਂ ਇਸ ਤਰ੍ਹਾਂ ਆਪਾਂ ਖੜੇ ਆ, ਇਹ ਜਦੋਂ ਪੀਕ ਦੀ ਗਰਮੀ ਹੁੰਦੀ ਆ ਉਦੋਂ ਕਈ ਵਾਰੀ ਪੂਰਾ ਅਰੇਂਜਮੈਂਟ ਕੀਤਾ ਹੁੰਦਾ ਪਸ਼ੂ ਪਾਲਕ ਨੇ, ਉਹ ਫੋਗਰਸ ਵਗੈਰਾ ਚਲਾਉਂਦੇ ਨੇ, ਪਸ਼ੂ ਦੇ ਉੱਪਰ ਸਪ੍ਰਿੰਕਲਰ ਲੱਗੇ ਹੁੰਦੇ ਨੇ, ਆਪਾਂ ਦੇਖਿਆ ਹੋਵੇ ਪਾਈਪਾਂ ਲੱਗੀਆਂ, ਉਹਦੇ ਵਿੱਚੋਂ ਪਸ਼ੂ ਜਿੱਥੇ ਖੜਾ ਉੱਥੇ ਪਾਣੀ ਡਿੱਗਦਾ। ਉਹ ਮਤਲਬ ਸਿਰਫ ਇੱਕ ਇਹੀ ਐਕਸਰਸਾਈਜ਼ ਹੁੰਦੀ ਆ ਕਿ ਪਸ਼ੂ ਦਾ ਜਿਹੜਾ ਬੋਡੀ ਟੈਂਪਰੇਚਰ ਹੈ ਉਹ ਮੇਨਟੇਨ ਰਵੇ, ਤਾਂ ਕਿ ਪਸ਼ੂ ਆਪਣੀ ਪ੍ਰੋਡਕਸ਼ਨ ਤੇ ਪੂਰਾ ਮਤਲਬ ਆਪਟੀਮਮ ਲੈਵਲ ਨਾਲ ਆਪਣਾ ਪ੍ਰੋਡਕਸ਼ਨ ਦੇ ਸਕੇ। ਪਰ ਅੱਜ ਕੱਲ੍ਹ ਦਾ ਜਿਹੜਾ ਮੌਸਮ ਜਿਹੜਾ ਚੱਲ ਰਿਹਾ, ਮੈਂ ਪਹਿਲਾਂ ਜ਼ਿਕਰ ਕੀਤਾ ਕਿ ਹਵਾ 'ਚ ਮੌਸਮ ਦੀ ਜਿਹੜੀ ਨਮੀ ਹੈ, ਹਵਾ 'ਚ ਨਮੀ ਬਹੁਤ ਜ਼ਿਆਦਾ ਹੈ, ਕਿਉਂਕਿ ਆਲੇ ਦੁਆਲੇ ਆਪਾਂ ਦੇਖਿਆ ਇੱਥੇ ਵੀ ਪੈਡੀ ਦੀ ਬਿਜਾਈ ਹੋਈ ਹੈ, ਸਾਰਾ ਝੋਨਾ ਬੀਜਿਆ ਗਿਆ ਆਲੇ ਦੁਆਲੇ, ਪਲੱਸ ਬਰਸਾਤ ਦੇ ਮੌਸਮ ਕਰਕੇ ਜਿਹੜੀ ਹਵਾ ਦੀ ਨਮੀ ਵਧੀ ਹੁੰਦੀ ਆ। ਇਸ ਮੌਸਮ 'ਚ ਅਸੀਂ ਐਡਵਾਈਜ਼ ਨਹੀਂ ਕਰਦੇ ਕਿ ਫੋਗਰ ਵਗੈਰਾ ਚਲਾਏ ਜਾਣ। ਇਸ 'ਚ ਜਿਹੜੀ ਸੁੱਕੀ ਹਵਾ, ਡਰਾਈ ਹਵਾ, ਜਿੱਦਾਂ ਆਪਾਂ ਪੱਖੇ ਕਹਿ ਲਈਏ ਜਾਂ ਪਾਣੀ ਤੋਂ ਬਗੈਰ ਕੂਲਰ ਦੀ ਹਵਾ ਜਿਹੜੀ ਆ, ਉਹ ਪਸ਼ੂ ਨੂੰ ਕਾਫੀ ਰਾਹਤ ਦੇ ਸਕਦੀ ਹੈ। ਨਾਲ ਦੀ ਨਾਲ ਤੁਸੀਂ ਜ਼ਿਕਰ ਕੀਤਾ ਸੀ ਕਿ ਹਰ ਜਿਹੜਾ ਬੰਦਾ ਉਹ ਸ਼ੈੱਡ ਅਫੋਰਡ ਨਹੀਂ ਕਰ ਸਕਦਾ। ਜਿਹੜਾ ਮਾਰਜਨਲ ਪਸ਼ੂ ਪਾਲਕ ਹੈ ਜਾਂ ਜਿਹੜੇ ਕੋਈ 5-7 ਜਾਨਵਰ ਨੇ, ਜਿਹੜੇ ਛੋਟੇ ਪਸ਼ੂ ਪਾਲਕ ਨੇ, ਉਹਨਾਂ ਨੇ ਵੀ ਜਿਹੜਾ ਪਸ਼ੂ ਪਾਲਕਾਂ ਦਾ ਧੰਦਾ ਉਹ ਸਹਾਇਕ ਧੰਦੇ ਵਜੋਂ ਰੱਖਿਆ, ਕਿਉਂਕਿ ਮੋਸਟਲੀ ਸਾਰਿਆਂ ਨੇ ਆਪਣੇ ਡੇਰਿਆਂ ਤੇ ਪਸ਼ੂ ਰੱਖੇ ਨੇ, ਆਪਣੇ ਜਿੱਥੇ ਨਾਲ ਉਹਦੀ ਰਿਹਾਇਸ਼ ਆ ਨਾਲ ਹੀ ਉਹਨੇ ਡੇਰੇ ਤੇ ਪਸ਼ੂ ਵੀ ਬੰਨੇ ਹੋਏ ਨੇ, ਨਾਲ ਹੀ ਮੋਟਰ ਹੈ। ਔਰ ਉੱਥੇ ਜਿੱਥੇ ਤੁਸੀਂ ਮੋਸਟਲੀ ਦੇਖਿਆ ਹੋਊਗਾ ਵੀ ਪੰਜਾਬ ਦੇ ਜਿੰਨੇ ਵੀ ਡੇਰੇ ਨੇ ਉਹਨਾਂ ਨੇ ਬਹੁਤ ਵਧੀਆ ਆਪਣੀ ਟਰੀ ਪਲਾਂਟੇਸ਼ਨ ਕੀਤੀ ਆ, ਔਰ ਕਈ ਜਗ੍ਹਾ ਤਾਂ ਇੱਦਾਂ ਦੀ ਮਤਲਬ ਟੀ ਪਲਾਂਟੇਸ਼ਨ ਸਾਡੇ ਡੇਰਿਆਂ ਤੇ ਹੈਗੀ ਹੈ ਵੀ ਸੂਰਜ ਵੀ ਉੱਥੇ ਮਤਲਬ ਝਾਤੀ ਨਹੀਂ ਮਾਰ ਸਕਦਾ, ਬਹੁਤ ਡੈਂਸ ਪਲਾਂਟੇਸ਼ਨ ਕੀਤੀ ਹੈ। ਔਰ ਇਸ ਮੌਸਮ ਵਿੱਚ ਜਿਹੜੇ ਉਸ ਏਰੀਏ ਦੇ ਜਿਹੜੇ ਉਸ ਏਰੀਏ ਵਿੱਚ ਜਿਹੜੇ ਪਸ਼ੂਆਂ ਨੂੰ ਕੰਫਰਟੇਬਲੀ ਉਹ ਜਿਹੜਾ ਪਸ਼ੂ ਪਾਲਕ ਆ ਉਹ ਰੱਖ ਸਕਦਾ। ਪਲੱਸ ਜਿਹੜੀਆਂ ਸਟ੍ਰੈਸ ਬਸਟਡ ਕਈ ਦਵਾਈਆਂ ਆਉਂਦੀਆਂ ਨੇ ਜਿਹੜੇ ਵਿੱਚ ਮਤਲਬ ਬਹੁਤ ਜ਼ਿਆਦਾ ਸਟ੍ਰੈਸ ਜਿੱਦਾਂ ਮੌਸਮ ਦਾ ਹੋ ਜਾਏ, ਉਹ ਜਦੋਂ ਤੁਸੀਂ ਪਸ਼ੂ ਨੂੰ ਐਡਮਿਨਿਸਟਰ ਕਰ ਦਿਓ, ਅਲੱਗ-ਅਲੱਗ ਕੰਪਨੀ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ, ਮਤਲਬ ਉਹ ਚਾਹੇ ਘੋਲ ਕੇ ਪਲਾਉਣ ਵਾਲੀ ਆ, ਚਾਹੇ ਆਲਰੇਡੀ ਘੁਲੀ ਹੋਈ ਦਵਾਈ ਆ, ਜੇ ਤੁਸੀਂ ਥੋੜ੍ਹੀ ਉਹ ਪਸ਼ੂ ਨੂੰ ਮਿਕਦਾਰ ਵਿੱਚ ਦਿੰਦੇ ਰਹੋ ਤੇ ਪਸ਼ੂ ਨੂੰ ਉਹ ਹੈਲਪ ਹੋ ਜਾਂਦੀ ਹੈ ਐਕਸਟਰਨਲ, ਤੇ ਪਸ਼ੂ ਆਪਣੇ ਨੂੰ ਉਸ ਕਲਾਈਮੇਟ ਵਿੱਚ ਐਡਜਸਟ ਕਰਕੇ ਤਾਂ ਪ੍ਰੋਪਰ ਪ੍ਰੋਡਕਸ਼ਨ ਦੇ ਸਕੇ।
ਡਾਕਟਰ ਸਾਹਿਬ ਬਈ ਤੁਸੀਂ ਗੱਲ ਕੀਤੀ ਬਈ ਫੌਗਰ ਵਗੈਰਾ ਲਾ ਕੇ ਆਪਾਂ ਮਾਈਕਰੋ ਕਲਾਈਮੇਟ ਜਿਹੜਾ ਆ ਉਹ ਆਲੇ ਦੁਆਲੇ ਪੈਦਾ ਕਰ ਦਿੰਦੇ ਆ, ਪਰ ਇੱਕ ਗੱਲ ਆਮ ਤੌਰ ਤੇ ਸੁਣਨ ਵਿੱਚ ਆਉਂਦੀ ਆ ਕਿ ਗਰਮੀਆਂ ਵਿੱਚ ਕਹਿੰਦੇ ਜੀ ਦੁੱਧ ਘਟ ਗਿਆ ਪਸ਼ੂਆਂ ਦਾ, ਇਹਦਾ ਕੀ ਕਾਰਨ ਹੁੰਦਾ? ਮੈਂ ਉਹੀ ਪਹਿਲਾਂ ਜ਼ਿਕਰ ਕੀਤਾ ਨਾ ਵੀ ਪਸ਼ੂ ਨੇ ਜਿਹੜਾ ਸਟ੍ਰੈਸ ਜਦੋਂ ਲੈਣਾ ਉਹਨੇ ਕੋਈ ਨਾ ਕੋਈ ਅਲਾਮਤ ਜ਼ਰੂਰ ਦਿਖਾਣੀ ਹੈ ਜੀ। ਜਦੋਂ ਉਹਦੀ ਫੀਡ ਇਨਟੇਕ ਘਟੂਗੀ, ਗਰਮੀਆਂ 'ਚ ਫੀਡ ਇਨਟੇਕ ਵੀ ਘਟਣੀ ਆ, ਫੀਡ ਇਨਟੇਕ ਘਟੂਗੀ ਤਾਂ ਉਹਦੇ ਨਾਲ ਉਹਦੀ ਪ੍ਰੋਡਕਸ਼ਨ ਤੇ ਅਸਰ ਪਊਗਾ ਜੀ। ਜੇ ਮੈਂ ਇਸੇ ਤਰ੍ਹਾਂ ਮੈਂ ਪਹਿਲਾਂ ਜਿੱਦਾਂ ਐਡਵਾਈਸ ਕੀਤਾ ਕਿ ਜੇ ਸਟ੍ਰੈਸ ਬਸਟਰ ਆਪਾਂ ਕੋਈ ਨਾ ਕੋਈ ਪਸ਼ੂ ਨੂੰ ਐਕਸਟਰਾ ਤੌਰ ਤੇ ਆਪਾਂ ਦਿੰਨੇ ਆ, ਜਿੱਦਾਂ ਸਰਦੀਆਂ 'ਚ ਆਪਾਂ ਗਰਮ ਰਹਿਣ ਲਈ ਪਿੰਨੀਆਂ ਖਾਂਦੇ ਆ ਜੀ, ਜਾਂ ਜੋ ਕੋਈ ਮੂੰਗਫਲੀ ਖਾਂਦੇ ਆ ਜਾਂ ਬਦਾਮ ਖਾਂਦੇ ਆ, ਇਦਾਂ ਹੀ ਗਰਮੀਆਂ 'ਚ ਆਪਾਂ ਠੰਡ ਰੱਖਣ ਨੂੰ ਆਪਾਂ ਸ਼ਰਬਤ ਪੀਂਦੇ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਨਿੰਬੂ ਦੀ ਸ਼ਿਕੰਜਵੀ ਪੀਂਦੇ ਆ। ਸੇਮ ਪਸ਼ੂਆਂ ਵਾਸਤੇ ਹੀ ਆ ਕਿ ਉਹਨਾਂ ਦਾ ਵੀ ਬੋਡੀ ਟੈਂਪਰੇਚਰ ਮੇਨਟੇਨ ਨੂੰ ਕੋਈ ਠੰਡੀ ਚੀਜ਼, ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਲੋਕੀ ਸ਼ੱਕਰ ਦਾ ਘੋਲ ਪਿਲਾ ਦਿੰਦੇ ਸੀ ਜਾਂ ਨਿੰਬੂ ਦਾ ਸੱਤ ਘੋਲ ਕੇ ਪਿਲਾ ਦਿੰਦੇ ਸੀ, ਜਾਂ ਕਿਸੇ ਦੇ ਡੇਰੇ ਤੇ ਨਿੰਬੂ ਲੱਗੇ ਆ ਉਹ 4-5 ਨਿੰਬੂ ਕੱਟ ਕੇ ਤੇ ਥੋੜੀ ਨਮਕ ਮਿਰਚ ਲਾ ਕੇ ਤਾਂ ਉਹ ਪਸ਼ੂ ਨੂੰ ਚਾਰ ਦਿੰਦਾ ਸੀ। ਉਹ ਇਹੀ ਟੋਟਕੇ ਹੁੰਦੇ ਸੀਗੇ ਕਿ ਪਸ਼ੂ ਨੂੰ ਜਿਹੜੀ ਕਿਸੇ ਨਾ ਕਿਸੇ ਤਰੀਕੇ ਠੰਡਕ ਪਹੁੰਚੇ। ਤੇ ਜਿਹੜੀਆਂ ਸਟ੍ਰੈਸ ਬਸਟਰ ਦੀ ਗੱਲ ਕੀਤੀ ਹੈ ਮੈਂ, ਉਹਦੇ ਵਿੱਚ ਵੀ ਇਹੀ ਉਹ ਫਾਇਦਾ ਕਰਦੀਆਂ ਵੀ ਪਸ਼ੂ ਨੂੰ ਜਿਹੜਾ ਮੈਂਟਲ ਲੈਵਲ ਤੇ ਉਹਨੂੰ ਸਿਗਨਲ ਜਾਂਦਾ ਵੀ ਹਾਂ ਮੇਰਾ ਹੁਣ ਜਿਹੜਾ ਬੋਡੀ ਟੈਂਪਰੇਚਰ ਹੈ ਉਹ ਆਈ ਐਮ ਐਟ ਕੰਫਰਟ ਲੈਵਲ ਤੇ ਮੈਂ ਹੁਣ ਆਪਣੀ ਪੂਰੀ ਪ੍ਰੋਡਕਸ਼ਨ ਦਵਾਂ। ਡਾਕਟਰ ਸਾਹਿਬ ਤੁਸੀਂ ਸ਼ੈੱਡ ਦੀ ਗੱਲ ਕੀਤੀ ਆ ਵੀ ਜਿਹੜੇ ਲੋਕ ਇਸ ਨੂੰ ਕਮਰਸ਼ੀਅਲ ਲੈਵਲ ਤੇ ਕਰਦੇ ਨੇ ਪਸ਼ੂ ਪਾਲਕ, ਉਹ ਤਾਂ ਸ਼ੈੱਡ ਬਣਾ ਲੈਂਦੇ ਨੇ ਕਿਉਂਕਿ ਉਹਨਾਂ ਦਾ ਕਿੱਤਾ ਹੁੰਦਾ ਵੀ ਅਸੀਂ ਇਹਨੂੰ ਕਮਰਸ਼ੀਅਲ ਲੈਵਲ ਤੇ ਲੈ ਕੇ ਜਾਣਾ। ਬਿਲਕੁਲ। ਜਿਹੜੇ ਛੋਟੇ ਕਿਸਾਨ ਨੇ ਜਾਂ ਕਹਿੰਦੇ ਛੋਟੇ ਪਸ਼ੂ ਪਾਲਕ ਨੇ ਪਿੰਡਾਂ ਦੇ ਵਿੱਚ, ਜਿਹਨਾਂ ਕੋਲ 2-2 ਡੰਗਰ ਨੇ ਜਾਂ 3 ਨੇ, ਉਹ ਸਾਰਾ ਕੁਝ ਅਫੋਰਡ ਨਹੀਂ ਕਰਦੇ। ਮੈਂ ਕਈ ਵਾਰ ਦੇਖਿਆ ਕਿ ਜਦੋਂ ਬਾਰਿਸ਼ ਆਉਂਦੀ ਆ ਕਿ ਜਿੱਥੇ ਪਸ਼ੂ ਬੰਨੇ ਹੋਏ ਆ ਕਿ ਥੱਲੇ ਘਾਣ ਹੋਇਆ ਹੁੰਦਾ, ਮਲਬਾ ਹੁੰਦਾ, ਬਹੁਤ ਸਾਰੀ ਮਿੱਟੀ ਚਿੱਕੜ ਹੋਇਆ ਹੁੰਦਾ, ਉਸ ਕੇਸ ਦੇ ਵਿੱਚ ਬਰਸਾਤਾਂ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਆ ਸਕਦੀਆਂ ਤੇ ਆਪਾਂ ਉਹਦਾ ਜਿਹੜਾ ਪ੍ਰਬੰਧ ਕਿੱਦਾਂ ਦਾ ਕਰਨਾ? ਦੇਖੋ ਮੋਸਟਲੀ ਜਿਹੜਾ ਪਸ਼ੂ ਦੁਧਾਰੂ ਪਸ਼ੂ ਜਿਸ ਵੀ ਪਸ਼ੂ ਪਾਲਕ ਨੇ ਰੱਖਿਆ ਨਾ, ਉਹਦੀ ਤਾਂ ਸਾਂਭ ਸੰਭਾਲ ਉਹ ਪੂਰੀ ਕਰਦਾ ਹੈ ਜੀ, ਕਿਉਂਕਿ ਸਵੇਰੇ ਸ਼ਾਮ ਉਹਨੇ ਦੁੱਧ ਚੋਣਾ, ਬਾਲਟੀ ਭਰਨੀ ਆ, ਥਾਪੀ ਦੇ ਕੇ ਉਹਨੂੰ ਸੱਜੇ ਖੱਬੇ ਵੀ ਕਰਨਾ, ਛਾਂ 'ਚ ਵੀ ਰੱਖਣਾ। ਇਹ ਜਿਹੜੀਆਂ ਤੁਸੀਂ ਦੱਸੀਆਂ ਪਏ ਪਸ਼ੂ ਖੋਬੇ 'ਚ ਰਹਿ ਜਾਂਦੇ ਨੇ, ਜਿਹੜੇ ਅਨਪਰੋਡਕਟਿਵ ਐਨੀਮਲ ਹੁੰਦੇ ਨੇ, ਮੋਸਟਲੀ ਉਹੀ ਹੁੰਦੇ ਨੇ ਜੀ, ਕਿਉਂਕਿ ਉਹਦੇ ਕੋਲ ਇੱਕ ਤਾਂ ਥਾਂ ਦੀ ਕੰਸਟ੍ਰੇਂਟ ਹੁੰਦੀ ਆ, ਠੀਕ ਆ, ਜਿਹਨੇ ਜਿਹੜਾ ਸੱਜਰ ਸੂਆ ਪਸ਼ੂ ਆ ਜਾਂ ਦੁੱਧ ਵਾਲਾ ਪਸ਼ੂ ਆ ਉਹਦੀ ਸੰਭਾਲ ਜ਼ਿਆਦਾ ਕਰਨੀ ਆ। ਕੋਈ ਛੋਟੀ ਕੱਟੀ ਆ, ਵੱਛੀ ਆ ਜਾਂ ਕੋਈ ਅਨਸਰ ਝੋਟੀ ਆ ਜਾਂ ਬੈੜ ਆ, ਉਹਦੀ ਉਹਨੇ ਦੇਖਭਾਲ ਉਨੀ ਘੱਟ ਕਰਨੀ ਹੁੰਦੀ ਹੈ। ਦੂਸਰੇ ਉਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਜੇ ਲਗਾਤਾਰ ਇਹ ਜਿੱਦਾਂ ਅਲਾਮਤ ਜਿਹੜੀ ਤੁਸੀਂ ਦੱਸਿਆ ਪਏ ਖੋਬੇ 'ਚ ਲਗਾਤਾਰ ਪਸ਼ੂ ਖੜਾ ਰਵੇ, ਉਹਦੇ 'ਚ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ। ਜਿਹੜੀ ਮੋਸਟ ਕਾਮਨ ਹੈਗੀ ਉਹਦੇ ਵਿੱਚ ਫੁੱਟ ਰੋਟ ਮੰਨ ਲਓ, ਜਿਹੜਾ ਪੈਰਾਂ ਦਾ ਗਾਲਾ ਪੈ ਜਾਣਾ, ਪੈਰਾਂ ਨੂੰ ਗਾਲਾ ਪੈ ਜਾਣਾ, ਜਿੱਥੇ ਤੱਕ ਉਹਦੇ ਪੈਰ ਡੁੱਬੇ ਨੇ, ਜਿੰਨੀ ਸਕਿਨ ਉਹ ਮਿੱਟੀ ਦੇ ਨਾਲ ਕੰਟੀਨਿਊਸ ਟੱਚ ਹੋ ਰਹੀ ਆ, ਤੇ ਉਹਦੇ ਵਿੱਚ ਉਹਨੇ ਨੈਚੁਰਲੀ ਜਦੋਂ ਉਹਦੇ ਵਿੱਚ ਬੈਕਟੀਰੀਆ ਨੇ, ਵਾਇਰਸਿਸ ਨੇ, ਅਲੱਗ-ਅਲੱਗ ਤਰ੍ਹਾਂ ਦੇ ਜਰਾਸੀਮ ਨੇ, ਉਹਨਾਂ ਨੇ ਚਮੜੀ ਤੇ ਅਸਰ ਕਰਕੇ ਉਹ ਗਾਲਾ ਪਾਣਾ ਸ਼ੁਰੂ ਕਰ ਦੇਣਾ। ਜਿੱਥੇ ਤੁਸੀਂ ਖਿਆਲ ਕੀਤਾ ਹੋਵੇ, ਜਿੱਥੇ ਪਸ਼ੂ ਦਾ ਖੁਰ ਹੁੰਦਾ, ਹੂਫ ਲਾਈਨ ਉਹਨੂੰ ਕਹਿੰਦੇ ਆ, ਜਿੱਥੇ ਉਹ ਜੁੜਦਾ ਆਪਣੀ ਲੱਤ ਦੇ ਨਾਲ, ਉੱਥੇ ਇੱਕ ਲਾਈਨ ਦੀ ਤਰ੍ਹਾਂ ਇੱਕ ਬਣਿਆ ਹੁੰਦਾ, ਉੱਥੋਂ ਉਹ ਕਰੈਕ ਆਉਣਾ ਸ਼ੁਰੂ ਹੋ ਜਾਂਦਾ। ਜਾਂ ਜਿਹੜਾ ਪਸ਼ੂ ਦਾ ਥੱਲੇ ਜਿਹੜਾ ਖੁਰ ਹੈ, ਉਹਨੂੰ ਜਿੱਦਾਂ ਆਪਾਂ ਡੱਡੂ ਕਹਿ ਲੈਂਦੇ ਪੰਜਾਬੀ ਦੇ ਵਿੱਚ, ਆਮ ਭਾਸ਼ਾ ਦੇ ਵਿੱਚ, ਉਹ ਜਿਹੜਾ ਡੱਡੂ ਆ ਉਹਦੇ ਵਿੱਚ ਵੀ ਉਹ ਫੰਗਸ ਦੀ ਇਨਫੈਕਸ਼ਨ ਹੋ ਜਾਂਦੀ ਆ। ਫਿਰ ਉਹਦੇ ਨਾਲ ਪਸ਼ੂ ਨੂੰ ਦੇਖੋ, ਪਸ਼ੂ ਦਾ ਹਰ ਜਿਹੜਾ ਨਰੋਇਆ ਪਸ਼ੂ ਆ 3.5 ਤੋਂ 4 ਕੁਇੰਟਲ ਭਾਰ ਆ ਉਹਦਾ। ਜੇ ਕੋਈ ਆਪਾਂ ਝੋਟੀ ਦੀ ਵੀ ਗੱਲ ਕਰ ਲਈਏ, 1.5 ਤੋਂ 2 ਕੁਇੰਟਲ ਭਾਰ ਆ। ਉਹ ਭਾਰ ਕਿੱਥੇ ਪੈਣਾ? ਉਹ ਭਾਰ ਪੈਣਾ ਪੈਰਾਂ ਦੇ ਉੱਤੇ, ਤਾਂ ਕਿ ਉਹ ਜ਼ਮੀਨ ਦੇ ਉੱਤੇ ਖੜਾ ਹੋ ਸਕੇ। ਮੋਸਟਲੀ ਆਪਾਂ ਦੇਖਦੇ ਪਸ਼ੂ ਬੈਠਦੇ ਘੱਟ ਨਾ, ਜ਼ਿਆਦਾਤਰ ਖੜੇ ਰਹਿੰਦੇ ਨੇ। ਜਦੋਂ ਪੱਠੇ ਵਗੈਰਾ ਖਾ ਕੇ ਉਗਾਲੀ ਕਰਦੇ ਨੇ, ਉਸ ਵੇਲੇ ਬੈਠਦੇ ਨੇ। ਜਦੋਂ ਪੈਰਾਂ ਤੇ ਭਾਰ ਹੀ ਨਹੀਂ ਪਊਗਾ ਪਸ਼ੂ ਦੇ, ਤਾਂ ਪਸ਼ੂ ਉਸ ਸਿਚੁਏਸ਼ਨ ਵਿੱਚ ਕਿੱਦਾਂ ਕੰਫਰਟੇਬਲ ਆਪਣਾ ਬੋਡੀ ਨੂੰ ਬੈਲੈਂਸ ਕਰ ਦੂਗਾ? ਉਹ ਬੈਲੈਂਸ ਕਰ ਹੀ ਨਹੀਂ ਸਕਦਾ, ਤੇ ਉਹਦੇ ਉੱਤੇ ਕਈ ਉਹਨੂੰ ਹੋਰ ਵੀ ਨਾਲ ਦੀ ਨਾਲ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਊਗੀਆਂ। ਉਹਦੇ ਨਾਲ ਆਰਕ ਬੈਕ ਸ਼ੁਰੂ ਹੋ ਜਾਂਦੀ ਆ ਗਾਈਆਂ ਵਿੱਚ। ਫਿਰ ਜਦੋਂ ਤੱਕ ਗਾਈਆਂ ਕੁੱਬ ਕਰਕੇ ਖੜੀਆਂ, ਕਿਉਂਕਿ ਉਹ ਐਨੀਮਲ ਬੋਲ ਤਾਂ ਸਕਦਾ ਨਹੀਂ, ਉਹਨੇ ਐਡਜਸਟ ਕਰਨਾ ਵੀ ਮੈਂ ਪੈਰਾਂ ਤੇ ਭਾਰ ਕਿੱਦਾਂ ਘੱਟੋ ਘੱਟ ਮੇਰੇ ਆਵੇ, ਚਾਹੇ ਇੱਕ ਲੱਤ ਚੱਕੀ ਜਾਊਗਾ ਬਾਰ-ਬਾਰ, ਜਾਂ ਫਿਰ ਤੁਹਾਨੂੰ ਜਦੋਂ ਮਾੜਾ ਮੋਟਾ ਪਾਣੀ ਪਿਲਾਉਣ ਲਈ ਤੋੜਦੇ ਹੋ ਜਾਂ ਕਿਤੇ ਇੱਧਰ ਉੱਧਰ ਸ਼ਿਫਟ ਕਰਦੇ ਉਹਨੂੰ ਛਾਂ ਜਾਂ ਧੁੱਪੇ, ਫਿਰ ਉਹ ਲੇਮਨੈਸ ਉਹਦੇ 'ਚ ਆ ਜਾਂਦੀ ਆ, ਉਹਦੇ 'ਚ ਲੰਗੜਾਪਨ ਆ ਜਾਂਦਾ। ਲੈਮੀਨਾਈਟਿਸ ਇੱਕ ਹੋਰ ਅਲਾਮਤ ਹੈ, ਜਿਹੜੇ ਉਹਦੇ ਲੈਮੀਨਾਜ਼ ਨੇ, ਉਹਨਾਂ 'ਤੇ ਇਨਫੈਕਸ਼ਨ ਆ ਜਾਂਦੀ ਆ। ਬੜਾ ਮਤਲਬ ਇਹਦਾ ਫਿਰ ਲੰਬਾ ਇਲਾਜ ਚੱਲਦਾ, ਤੇ ਪਸ਼ੂ ਜਦ ਤੱਕ ਪੈਰਾਂ 'ਤੇ ਕੰਫਰਟੇਬਲ ਨਹੀਂ ਹੈਗਾ ਤਾਂ ਆਪਾਂ ਉਹਦੇ ਤੋਂ ਕੋਈ ਪ੍ਰੋਡਕਸ਼ਨ ਦੀ ਉਮੀਦ ਨਹੀਂ ਕਰ ਸਕਦੇ। ਸੋ ਡਾਕਟਰ ਸਾਹਿਬ, ਤੁਹਾਡੇ ਵਿਭਾਗ ਦੇ ਵੱਲੋਂ ਸਮੇਂ-ਸਮੇਂ 'ਤੇ ਬਰਸਾਤ ਦੇ ਦਿਨਾਂ ਵਿੱਚ ਬਿਮਾਰੀਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾਂਦੀ ਹੈ। ਮੈਂ ਅਕਸਰ ਦੇਖਿਆ ਤੁਹਾਡੇ ਪਿੰਡਾਂ ਦੇ ਵਿੱਚ ਕੈਂਪ ਲੱਗਦੇ, ਬਹੁਤ ਸਾਰੇ ਪਸ਼ੂ ਪਾਲਕਾਂ ਦੇ ਨਾਲ ਤੁਹਾਡਾ ਰਾਬਤਾ ਰਹਿੰਦਾ। ਬਿਲਕੁਲ। ਹੁਣ ਬਰਸਾਤ ਦੇ ਦਿਨਾਂ ਵਿੱਚ ਇਹ ਜਿਹੜੀਆਂ ਬਿਮਾਰੀਆਂ ਦੀ ਤੁਸੀਂ ਗੱਲ ਕੀਤੀ ਹੈ, ਵਿਭਾਗ ਦੇ ਵੱਲੋਂ ਟੀਕਾਕਰਨ ਲਈ ਕੀ ਇੰਤਜ਼ਾਮ ਨੇ, ਤੇ ਇਹਦੇ ਵਾਸਤੇ ਤੁਸੀਂ ਪਸ਼ੂ ਪਾਲਕਾਂ ਨੂੰ ਫਿਰ ਕੀ ਸਲਾਹ ਦੇਣਾ ਚਾਹੋਗੇ? ਪਸ਼ੂ ਪਾਲਕਾਂ ਨੂੰ ਇਹੀ ਸਲਾਹ ਹੈ ਕਿ ਜਦੋਂ ਵੀ ਸਾਡੇ ਵਿਭਾਗ ਦੀ ਕੋਈ ਵੀ ਟੀਮ ਜਾਂਦੀ ਹੈ, ਜਾਂ ਡਾਕਟਰ ਸਾਹਿਬਾਨ ਤੁਹਾਡੇ ਏਰੀਏ ਦੇ ਜਿਹੜੇ ਜਾਂਦੇ ਨੇ ਆਪਣੇ ਸਟਾਫ ਨੂੰ ਲੈ ਕੇ ਵੈਕਸੀਨ ਵਾਸਤੇ, ਉਹ ਵੈਕਸੀਨ ਜਿਹੜੀ ਆ ਪਹਿਲ ਦੇ ਆਧਾਰ 'ਤੇ ਆਪਣੇ ਪਸ਼ੂਆਂ ਨੂੰ ਕਰਵਾ ਲਈ ਜਾਵੇ। ਦੂਜੀ ਗੱਲ ਇਹ ਹੈ ਕਿ ਜਿਹੜਾ ਇਹ ਮੌਸਮ ਹੈ, ਇਸ ਮੌਸਮ ਤੋਂ
ਜਿਹੜੀ ਬਿਮਾਰੀ ਆਣੀ ਆ ਪਸ਼ੂਆਂ ਨੂੰ, ਖਾਸ ਕਰ ਮੱਝਾਂ ਵਿੱਚ, ਉਹਨੂੰ ਗਲ ਘੋਟੂ ਦੀ ਬਿਮਾਰੀ ਕਹਿੰਦੇ ਆ। ਆਪਾਂ ਸਾਰਿਆਂ ਨੂੰ ਪਤਾ, ਪਸ਼ੂ ਪਾਲਕਾਂ ਨੂੰ, ਬੜੀ ਨਾਮੁਰਾਦ ਬਿਮਾਰੀ ਆ, ਜਾਨਲੇਵਾ ਬਿਮਾਰੀ ਆ। ਇਹਦੇ ਵਿੱਚ ਜਿਹੜੇ ਪਸ਼ੂ ਤੰਦਰੁਸਤ ਪਸ਼ੂ ਆ, ਉਹ ਇੱਕਦਮ ਹੀ ਇੰਨਾ ਬੁਖਾਰ ਹੋ ਜਾਂਦਾ ਉਹਨਾਂ ਦਾ, ਜਿੱਦਾਂ ਪੰਜਾਬੀ 'ਚ ਕਹਿੰਦੇ ਘੋਰੜੂ ਵੱਜਣ ਲੱਗ ਪੈਂਦਾ, ਕਿਉਂਕਿ ਸਾਹ ਨਲੀ ਫੁੱਲ ਜਾਂਦੀ ਆ। ਤੇ ਪਸ਼ੂ ਸਾਨੂੰ ਟਾਈਮ ਵੀ ਨਹੀਂ ਦਿੰਦਾ ਵੀ ਅਸੀਂ ਡਾਕਟਰ ਤੱਕ ਪਹੁੰਚ ਕਰਕੇ ਕਈ ਵਾਰੀ ਵੀ ਉਹਦਾ ਇਲਾਜ ਕਰਾ ਸਕੀਏ, ਤਾਂ ਪਸ਼ੂ ਪਹਿਲਾਂ ਹੀ ਖਤਮ ਹੋ ਜਾਂਦਾ। ਇਸ ਦਾ ਇਲਾਜ ਜੇ ਪਸ਼ੂ ਡਾਇਗਨੋਸ ਹੋ ਜਾਏ ਟਾਈਮ ਤੇ ਤਾਂ ਬਹੁਤ ਲੰਬਾ ਚੱਲਦਾ ਔਰ ਬਹੁਤ ਮਹਿੰਗਾ। ਫਿਰ ਪਸ਼ੂ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ, ਬਾਅਦ ਚੋਂ ਪ੍ਰੋਡਕਸ਼ਨ ਲੈਵਲ ਤੇ ਜਾਂ ਗੱਭਣ ਹੋਣ ਦੇ ਉਹ ਬੜੀਆਂ ਮੁਸ਼ਕਲਾਂ ਆਉਂਦੀਆਂ। ਤੇ ਇਸ ਲਈ ਇਹਦੇ ਵਿੱਚੋਂ ਜਿੱਦਾਂ ਪੰਜਾਬੀ 'ਚ ਕਹਿੰਦੇ ਆ ਵੀ ਇਲਾਜ ਨਾਲੋਂ ਪਰਹੇਜ਼ ਬਿਹਤਰ ਹੈ। ਪਰਹੇਜ਼ ਇਹਦਾ ਇਹੀ ਆ ਵੀ ਇਹਦੇ 'ਚ ਜਿਹੜੀ ਵੈਕਸੀਨ ਪਹਿਲਾਂ ਵਿਭਾਗ ਲਗਾਉਂਦਾ, ਔਰ ਸਾਡੇ ਜਿਹੜੇ ਕਰਮਚਾਰੀ ਨੇ, ਅਧਿਕਾਰੀ ਨੇ, ਡੋਰ ਟੂ ਡੋਰ ਜਾ ਕੇ ਮਤਲਬ ਹਰ ਘਰ ਦੀ ਕੁੰਡੀ ਖੜਕਾਉਂਦੇ ਨੇ ਤੇ ਆਪਣਾ ਡੇਰੇ ਤੇ ਜਾਂਦੇ ਨੇ ਤੇ ਵੈਕਸੀਨ ਲਗਵਾਓ। ਕਈ ਵਾਰੀ ਪਸ਼ੂ ਪਾਲਕਾਂ ਨੂੰ ਕਈ ਖਦਸ਼ੇ ਹੁੰਦੇ ਆ ਜੀ, ਇਹ ਗੱਭਣ ਹੈ, ਫਲ ਸਿੱਟ ਜਾਊਗਾ ਜਾਂ ਇਹਦਾ ਦੁੱਧ ਸੁੱਕ ਜਾਊਗਾ। ਜੇ ਪਸ਼ੂ ਪਾਲਕ ਨੂੰ ਮੇਰੀ ਸਲਾਹ ਆ ਵੀ ਜੇ ਉਹ ਦੂਰ ਦੀ ਸੋਚੇ, 1-2 ਦਿਨ ਦੇ ਦੁੱਧ ਦਾ ਨੁਕਸਾਨ ਨਾ ਦੇਖੇ ਤੇ ਪਸ਼ੂ ਦੀ ਜਾਨ ਬਾਰੇ ਸੋਚੇ ਪਏ, ਇਸ ਵੈਕਸੀਨ ਦੇ ਇੱਕ ਟੀਕੇ ਦੇ ਨਾਲ ਪਸ਼ੂ ਦੀ ਜਾਨ ਬਚੀ ਰਹੇਗੀ। ਅੱਜ ਕੱਲ੍ਹ ਪਸ਼ੂਆਂ ਦੀ ਰੇਟਸ ਆਪਾਂ ਸਭ ਨੂੰ ਪਤਾ ਵੀ ਕਿੰਨੇ ਮਹਿੰਗੇ ਪਸ਼ੂ ਹੋ ਗਏ ਨੇ। ਇੱਕ ਤਾਂ ਉਹਦਾ ਜੇ ਪਸ਼ੂ ਰੱਬ ਨਾ ਕਰੇ ਬਿਮਾਰੀ ਆ ਜਾਏ, ਨੁਕਸਾਨ ਹੋ ਜਾਏ, ਫਿਰ ਉਹਦੀ ਭਰਪਾਈ ਲਈ ਉਹਨੂੰ ਨਵਾਂ ਪਸ਼ੂ ਖਰੀਦਣਾ ਪਊਗਾ ਤੇ ਉਹਦਾ ਡਬਲ ਨੁਕਸਾਨ ਹੈ ਪਸ਼ੂ ਪਾਲਕ ਦਾ। ਸਿਵਾਏ ਇਸ ਕਰਕੇ ਵੀ ਉਹਦੀ ਅਣਗਹਿਲੀ ਕੀਤੀ ਵੀ ਇੱਕ ਜਿਹੜਾ ਡਿਪਾਰਟਮੈਂਟ ਦਾ ਬੰਦਾ ਚੱਲ ਕੇ ਵੀ ਤੁਹਾਡੇ ਕੋਲ ਗਿਆ ਵਿਭਾਗ ਦਾ, ਤਾਂ ਤੁਸੀਂ ਉਹਨੂੰ ਆਨਰ ਨਹੀਂ ਕੀਤਾ ਤੇ ਉਹਦੇ ਕਹੇ ਤੇ ਤੁਸੀਂ ਵੈਕਸੀਨ ਨਹੀਂ ਲਗਵਾਈ। ਤੁਹਾਡੇ ਆਪਣੇ ਹੀ ਖਦਸ਼ੇ ਸੀਗੇ, ਤੁਸੀਂ ਖਦਸ਼ੇ ਉਸ ਜਿਹੜਾ ਟੀਮ ਦੇ ਨਾਲ ਗਿਆ ਉਹਦੇ ਕੋਲ ਕਲੀਅਰ ਕਰੋ। ਜੇ ਕੋਈ ਪ੍ਰੋਬਲਮ ਆਉਂਦੀ ਆ, ਕੋਈ ਮਤਲਬ ਉਹਦਾ ਕੋਈ ਸਾਈਡ ਇਫੈਕਟ, ਦੇਖੋ ਕੋਈ ਜਿਹੜਾ ਐਂਟੀਜਨ ਬੋਡੀ 'ਚ ਜਾਣਾ ਉਹਦਾ ਥੋੜ੍ਹਾ ਬਹੁਤਾ ਸਾਈਡ ਇਫੈਕਟ ਤਾਂ ਹੋਣਾ। ਆਪਾਂ ਵੀ ਜਦੋਂ ਬੱਚਿਆਂ ਨੂੰ ਸਕੂਲੋਂ ਟੀਕੇ ਲੱਗਦੇ ਹੁੰਦੇ ਸੀ, ਭੱਜ ਜਾਂਦੇ ਸੀ ਵੀ ਹਾਂ ਵੀ ਬੁਖਾਰ ਹੋ ਜਾਣਾ ਅਗਲੇ ਦਿਨ, ਕਿਉਂਕਿ ਉਹਦੇ ਵਾਇਰਸ ਜਾਂਦਾ, ਵਾਇਰਸ ਐਂਟੀਜਨ ਆਪਾਂ ਕਹਿੰਦੇ ਆ। ਜਦੋਂ ਬੋਡੀ 'ਚ ਕੋਈ ਵੀ ਐਂਟੀਜਨ ਜਾਂਦਾ ਉਹਨੇ ਕੋਈ ਨਾ ਕੋਈ ਤਾਂ ਉਹਨੇ ਸਾਈਡ ਇਫੈਕਟ ਦੇਣਾ। ਜਦੋਂ ਬੁਖਾਰ ਹੋ ਜਾਂਦਾ ਸੀ ਆਪਾਂ ਕਹਿੰਦੇ ਵੀ ਹਾਂ ਵੀ ਟੀਕਾ ਜਿਹੜਾ ਲਾਇਆ ਉਹ ਸਕਸੈਸਫੁਲ ਹੋ ਗਿਆ, ਵੀ ਬੋਡੀ ਨੇ ਉਹਨੂੰ ਰਿਐਕਟ ਕਰ ਦਿੱਤਾ। ਇਹ ਬੋਡੀ ਦਾ ਰਿਐਕਸ਼ਨ ਹੀ ਆ ਵੀ ਚਾਹੇ ਉਹ ਥੋੜਾ ਇੱਕ ਦਿਨ ਤੋਂ ਟੈਂਪਰੇਚਰ ਹੋ ਜਾਏ ਜਾਂ 1-2 ਦਿਨ ਉਹਦਾ ਦੁੱਧ ਘਟ ਜਾਏ, ਪਰ ਫਿਰ ਉਸੇ ਲੈਵਲ ਤੇ ਹੌਲੀ ਹੌਲੀ ਦੁੱਧ ਉਹ ਆ ਜਾਂਦਾ। ਪਰ ਆਪਾਂ ਪਸ਼ੂ ਦੀ ਲੰਬੀ ਸੋਚ ਰੱਖ ਕੇ ਪਸ਼ੂ ਦੀ ਜਾਨ ਬਚਾਉਣ ਵੱਲ ਆਪਾਂ ਧਿਆਨ ਕਰੀਏ, ਨਾ ਕਿ ਜਿਹੜਾ 1-2 ਦਿਨ ਦਾ ਜਿਹੜਾ ਆਪਣਾ ਦੁੱਧ ਦਾ ਨੁਕਸਾਨ ਆ ਆਪਾਂ ਉਹਨੂੰ ਮੂਹਰੇ ਰੱਖੀਏ। ਜਿਹੜਾ ਫਲ ਸਿੱਟਣਾ ਆ, ਫਲ ਸਿੱਟਣ ਲਈ ਬਹੁਤ ਜ਼ਿਆਦਾ ਕਾਰਨ ਨੇ। ਔਰ ਇਹ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਸਟ੍ਰੈਸ ਜਿਹੜਾ ਉਹ ਵੀ ਇੱਕ ਕਾਰਨ ਹੈ, ਮੌਸਮ ਦਾ ਸਟ੍ਰੈਸ, ਉਹਦੇ 'ਚ ਵੀ ਜਿਹੜਾ ਫਲ ਸਿੱਟ ਜਾਂਦਾ। ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਪ੍ਰੈਲ ਤੋਂ ਸਟਾਰਟ ਕਰਕੇ ਰੇਨੀ ਸੀਜ਼ਨ ਤੋਂ ਪਹਿਲਾਂ ਇਹ ਜਿਹੜਾ ਵੈਕਸੀਨ ਦਾ ਕੰਮ ਹੈ ਗਲ ਘੋਟੂ ਦੀ ਦਾ, ਇਹ ਸਾਰਾ ਪੂਰਾ ਹੋ ਜਾਏ ਤਾਂ ਜੋ ਪਸ਼ੂ ਪਾਲਕਾਂ ਦਾ ਵੱਧ ਤੋਂ ਵੱਧ ਬਚਾਅ ਹੋ ਜਾਏ। ਪਰ ਜਿੱਦਾਂ ਕਹਿੰਦੇ ਨੇ 45 ਦੋ ਹੱਥ ਨਾਲ ਵੱਜਦੀ ਹੈ, ਵੀ ਜੇ ਪਸ਼ੂ ਪਾਲਕ ਵੀ ਸਾਡੇ ਵਿਭਾਗ ਦੀਆਂ ਟੀਮਾਂ ਨੂੰ ਜਾਂ ਵਿਭਾਗ ਦੇ ਅਫਸਰਾਂ ਨੂੰ, ਕਰਮਚਾਰੀਆਂ ਨੂੰ ਕੋਆਪਰੇਟ ਕਰੂਗਾ ਤਾਂ ਹੀ ਇਹ ਜਿਹੜਾ ਮੁਹਿੰਮ ਜਿਹੜੀ ਸਫਲ ਹੋਊਗੀ ਜੀ। ਇਸ ਤੋਂ ਬਾਅਦ ਜਿਹੜਾ ਪਹਿਲਾਂ ਪਿਛਲੇ ਸਾਲ ਬਹੁਤ ਭਿਆਨਕ ਬਿਮਾਰੀ ਪਹਿਲੀ ਵਾਰੀ ਸਾਡੇ ਕੋਲ ਆਈ ਨਾਰਥ ਇੰਡੀਆ ਵਿੱਚ, ਜਿਹਨੂੰ ਲੰਪੀ ਸਕਿਨ ਡਿਜ਼ੀਜ਼ ਨਾਲ ਚਮੜੀ ਦੇ ਜਿਹੜੇ ਧੱਫੜ ਬਣੇ ਸੀਗੇ, ਨੋਡਿਊਲ ਬਣੇ ਸੀ, ਉਹਨੂੰ LSD ਆਪਾਂ ਕਾਮਨ ਰੂਪ ਨਾਲ ਜਾਣਦੇ ਹਾਂ। ਇਹਦੀ ਵੈਕਸੀਨ ਵੀ ਅਸੀਂ ਐਤਕੀ ਬਰਸਾਤ ਤੋਂ ਪਹਿਲਾਂ ਲਗਾਤੀ, ਕਿਉਂਕਿ ਲਾਸਟ ਈਅਰ ਦਾ ਇੰਸੀਡੈਂਸ ਜੁਲਾਈ 'ਚ ਸ਼ੁਰੂ ਹੋਇਆ ਸੀ। ਪੰਜਾਬ ਸਰਕਾਰ ਨੇ ਬਹੁਤ ਵੱਡਾ ਉਦਮ ਕੀਤਾ, ਆਂਧਰਾ ਪ੍ਰਦੇਸ਼ ਤੋਂ 25 ਲੱਖ ਡੋਜ਼ਾਂ ਇਸ LSD ਵੈਕਸੀਨ ਦੀਆਂ ਲਿਆ ਕੇ ਔਰ ਉਹ ਸਾਰੇ ਜ਼ਿਲ੍ਹਿਆਂ 'ਚ ਵੰਡ ਕੇ, ਔਰ ਜਿੰਨੀਆਂ ਕਿਉਂਕਿ ਇਹ ਗਾਈਆਂ ਦੀ ਬਿਮਾਰੀ ਸੀ, ਇਸ ਕਰਕੇ ਸਾਰੀਆਂ ਜਿੰਨੀ ਕੈਟਲ ਪਾਪੂਲੇਸ਼ਨ ਆ ਪੰਜਾਬ ਦੀ, ਉਹਨੂੰ ਸਾਰਿਆਂ ਨੂੰ ਇਹ ਅਪ੍ਰੈਲ 'ਚੋਂ ਸਟਾਰਟ ਕਰਕੇ ਤਾਂ ਫਰਵਰੀ 'ਚ ਸਟਾਰਟ ਕਰਕੇ ਤਾਂ ਅਪ੍ਰੈਲ 'ਚ ਇਹ ਸਾਰੀ ਵੈਕਸੀਨ ਅਸੀਂ ਲਗਾਤੀ ਸੀਗੀ। ਉਹ ਆਪਾਂ ਇਹ ਦੇਖਦੇ ਹਾਂ ਵੀ ਇਸ ਸਾਲ LSD ਦਾ ਹਾਲੇ ਤੱਕ ਕੋਈ ਵੀ ਕੇਸ ਕਿਤੇ ਵੀ ਰਿਪੋਰਟ ਨਹੀਂ ਜੀ। ਡਾਕਟਰ ਸਾਹਿਬ, ਆਮ ਤੌਰ 'ਤੇ ਦੇਖਣ ਵਿੱਚ ਆਇਆ ਵੀ ਜਦੋਂ ਵੀ ਆਪਾਂ ਕਿਸੇ ਮੌਸਮ ਦੀ ਗੱਲ ਕਰੀਏ, ਵੀ ਬਰਸਾਤ ਤੋਂ ਬਿਨਾਂ ਵੀ ਜੇ ਆਪਾਂ ਨਾਰਮਲ ਮੌਸਮ ਦੀ ਗੱਲ ਕਰੀਏ, ਜਦੋਂ ਕੋਈ ਪਸ਼ੂ ਨੂੰ ਪ੍ਰੋਬਲਮ ਆਉਂਦੀ ਆ, ਆਮ ਤੌਰ ਤੇ ਜਿਹੜਾ ਪਸ਼ੂ ਪਾਲਕ ਆ ਉਹ ਆਪਣੇ ਟੋਟਕੇ ਕਰਦਾ ਵੀ ਕਦੀ ਉਹਨੂੰ ਆਹ ਵਾਲਾ ਪਾਊਡਰ ਦੇ ਦਿਓ, ਆਹ ਚੀਜ਼ ਘੋਲ ਕੇ ਦੇ ਦਿਓ, ਤੇ ਕਈ ਵਾਰ ਉਹ ਜਿਹੜੀ ਚੀਜ਼ ਹੈ ਮਤਲਬ ਇਹ ਉਹਨਾਂ ਬਹੁਤ ਘਾਤਕ ਸਿੱਧ ਹੋ ਜਾਂਦਾ। ਬਿਲਕੁਲ। ਤੁਸੀਂ ਐਜ਼ ਏ ਮਾਹਿਰ ਵੀ ਕੀ ਜਿਹੜੇ ਟੋਟਕੇ ਨੇ ਇਹ ਕਰਨੇ ਚਾਹੀਦੇ ਆ ਵੀ ਜਾਂ ਉਹਨਾਂ ਨੂੰ ਤੁਰੰਤ ਤੁਹਾਡੇ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ? ਦੇਖੋ, ਇਹ ਜਿਹੜੇ ਟੋਟਕੇ ਨੇ ਨਾ, ਇਹ ਜਿੱਦਾਂ ਆਪਾਂ ਖੇਤੀ ਦਾ ਕੰਮ ਜੱਦੀ ਪੁਸ਼ਤੀ ਚੱਲਿਆ ਆ ਰਿਹਾ, ਡੇਅਰੀ ਦਾ ਕੰਮ ਵੀ ਜੱਦੀ ਪੁਸ਼ਤੀ ਚੱਲਾ ਆ ਰਿਹਾ। ਇਹ ਸਾਡੇ ਦਾਦੇ ਪੜਦਾਦੇ ਕਰ ਰਹੇ ਨੇ, ਉਹੀ ਅੱਗੇ ਆਪਣੇ ਬੱਚਿਆਂ ਨੂੰ ਜੋ ਸਲਾਹ ਦਿੰਦੇ ਆ, ਆਪਾਂ ਕਈ ਵਾਰੀ ਖੇਤੀ 'ਚ ਵੀ ਉਹ ਇੰਪਲੀਮੈਂਟ ਕਰਦੇ ਆ ਤੇ ਨਾਲ ਦੀ ਨਾਲ ਡੇਅਰੀ 'ਚ ਵੀ ਉਹ ਇੰਪਲੀਮੈਂਟ ਹੋ ਜਾਂਦੀਆਂ। ਦੇਖੋ, ਜਦੋਂ ਉਹਨਾਂ ਦਾ ਟਾਈਮ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟੋਟਕਿਆਂ ਵਾਲੀਆਂ ਦੇਸੀ ਚੀਜ਼ਾਂ ਇਹ ਸ਼ੁੱਧ ਮਿਲਦੀਆਂ ਸੀ। ਅੱਜ ਕੱਲ੍ਹ ਸ਼ੁੱਧ ਚੀਜ਼ ਲੱਭਣੀ ਬੜੀ ਮਤਲਬ ਨਾ ਤਾਂ ਬੰਦਿਆਂ ਨੂੰ ਪਛਾਣ ਹੈ, ਨਾ ਉਹ ਲੱਭਣੀ ਬੜੀ ਔਖੀ ਹੈ। ਫਿਰ ਆਪਾਂ ਉਹ ਟੋਟਕਾ ਕਰ ਲੈਂਦੇ ਆ ਫॉर ਦੀ ਟਾਈਮਿੰਗ, ਪਰ ਉਹ ਅਸਰ ਜੇ ਨਹੀਂ ਦਿਖਾਉਂਦਾ, ਜੇ ਤਾਂ ਉਹ ਰੱਬ ਕਰੇ ਉਹ ਕਾਮਯਾਬ ਹੋ ਜਾਏ, ਕਿਉਂਕਿ ਆਪਾਂ ਕਹਿੰਦੇ ਆ ਵੀ ਜਿੰਨਾ ਘੱਟ ਤੋਂ ਘੱਟ ਇਲਾਜ ਲਈ ਖਰਚਾ ਆਵੇ, ਪਸ਼ੂ ਦਾ ਲਾਭ
ਪਾਲਣ ਦਾ ਲਾਭਦਾਇਕ ਉਹਦੇ ਵਿੱਚ ਹੀ ਆ। ਜੇ ਘੱਟ ਇਲਾਜ ਨਾਲ ਪਸ਼ੂ ਠੀਕ ਹੋ ਸਕਦਾ ਤਾਂ ਬਹੁਤ ਵਧੀਆ ਆ, ਪਰ ਜੇ ਉਹ ਤੁਹਾਡੇ ਜੋ ਲਫ਼ਜ਼ ਵਰਤਿਆ ਵੀ ਟੋਟਕਿਆਂ ਨਾਲ ਉਹ ਪਸ਼ੂ ਨਹੀਂ ਠੀਕ ਹੁੰਦਾ, ਜਾਂ ਪਸ਼ੂ ਨੂੰ ਆਪਣੀ ਉਹ ਪ੍ਰੋਡਕਸ਼ਨ ਤੇ ਆਪਟੀਮਮ ਪ੍ਰੋਡਕਸ਼ਨ ਤੇ ਨਹੀਂ ਆਂਦਾ, ਜਾਂ ਉਹਦੀ ਸਿਹਤ ਠੀਕ ਨਹੀਂ ਹੁੰਦੀ, ਚਾਰਾ ਖਾਣਾ ਨਹੀਂ ਸ਼ੁਰੂ ਕਰਦਾ, ਤੇ ਤੁਹਾਡਾ ਉਹ ਰਕਮ ਦਾ ਨੁਕਸਾਨ ਹੈ, ਤੁਹਾਡਾ ਉਹ ਪ੍ਰੋਫਿਟ ਚੋਂ ਤੁਹਾਡੇ ਉਹ ਲਾਭ ਜਿਹੜਾ ਉਹ ਪਸ਼ੂ ਖਾ ਰਿਹਾ ਸਮਝੋ, ਜੋ ਤੁਸੀਂ ਡੇਅਰੀ ਪਾਲਣ ਲਈ ਪਸ਼ੂ ਪਾਲਣ ਦਾ ਕੰਮ ਕਰ ਰਹੇ ਹੋ। ਤੇ ਇਸ ਲਈ ਤੁਹਾਨੂੰ ਤੁਰੰਤ ਜਿਹੜਾ ਆ ਉਹ ਆਪਣੇ ਕਿਸੇ ਨੇੜੇ ਦੇ ਮਾਹਰ, ਚਾਹੇ ਸਾਡੇ ਹਰ 3-4 ਕਿਲੋਮੀਟਰ ਤੇ ਸਾਡੀ ਕੋਈ ਨਾ ਕੋਈ ਸੰਸਥਾ, ਚਾਹੇ ਉਹ ਡਿਸਪੈਂਸਰੀ ਹੈ, ਚਾਹੇ ਹਸਪੀਟਲ ਹੈ, ਉੱਥੇ ਜਿਹੜਾ ਸਰਕਾਰ ਵੱਲੋਂ ਨਿਯੁਕਤ ਮਾਹਿਰ ਹੈ ਉਹਦੀ ਸਲਾਹ ਤੁਹਾਨੂੰ ਜ਼ਰੂਰ ਲੈਣੀ ਚਾਹੀਦੀ ਆ। ਉਸ ਮਾਹਰ ਦੀ ਸਲਾਹ ਤੋਂ ਬਿਨਾਂ ਮੈਂ ਐਡਵਾਈਜ਼ ਨਹੀਂ ਕਰੂੰਗਾ ਵੀ ਤੁਸੀਂ ਜਿਹੜੀ ਕੋਈ ਮਾਡਰਨ ਮੈਡੀਸਨ ਆ ਉਹ ਆਪਣੇ ਆਪ ਐਡਮਿਨਿਸਟਰ ਕਰੋ, ਕਿਉਂਕਿ ਜਿਹੜੀ ਇਹ ਮੈਡੀਸਨਸ ਨੇ ਇਹਨਾਂ ਨੂੰ ਆਪਾਂ ਆਪਣੇ ਤੌਰ ਤੇ ਜਦੋਂ ਯੂਜ਼ ਕਰਦੇ ਹਾਂ ਤੇ ਇਹਦੇ 'ਚ ਕਈ ਤਰ੍ਹਾਂ ਦੇ ਸਾਈਡ ਇਫੈਕਟਸ ਵੀ ਆਉਂਦੇ ਨੇ। ਆਪਾਂ ਕੰਟੀਨਿਊਸ ਯੂਜ਼ ਕਰਦੇ ਰਹਿੰਦੇ ਹਾਂ, 2-3-4 ਦਿਨ ਲਾ ਕੇ ਫਿਰ ਆਪਾਂ ਡਾਕਟਰ ਸਾਹਿਬ ਕੋਲ ਜਾਂਦੇ ਹਾਂ ਵੀ ਡਾਕਟਰ ਸਾਹਿਬ ਆਹ ਦਵਾਈ ਮੈਂ ਪਹਿਲਾਂ ਹੀ ਲਾ ਚੁੱਕਾ ਪਰ ਇਹਦਾ ਕੋਈ ਅਸਰ ਨਹੀਂ, ਜਦ ਕਿ ਉਸ ਕੇਸ ਵਿੱਚ ਸ਼ਾਇਦ ਉਸ ਦਵਾਈ ਦੀ ਲੋੜ ਵੀ ਨਾ ਹੋਵੇ, ਆਪਾਂ ਉਹ ਐਕਸਟਰਾ ਖਰਚਾ ਕਰ ਦਿੱਤਾ। ਇਸ ਕਰਕੇ ਸਲਾਹ ਇਹ ਆ ਕਿ ਜੋ ਵੀ ਕੋਈ, ਚਾਹੇ ਤੁਸੀਂ ਪਸ਼ੂ ਨੂੰ ਆਪਣੇ ਨੂੰ ਮੁਲੱਪ ਰਹਿਤ ਹੀ ਕਰਨਾ, ਮੁਲੱਪ ਰਹਿਤ ਕਰਨ ਵਾਸਤੇ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਟਾਈਮ 'ਤੇ ਦਵਾਈਆਂ, ਗੱਭਣ ਲਈ ਹੋਰ ਆ, ਬੱਚੇ ਲਈ ਹੋਰ ਹੈ, ਦੁੱਧ ਦੇਣ ਵਾਲੇ ਲਈ ਹੋਰ ਹੈ। ਆਪਾਂ ਦਵਾਈਆਂ ਦੀ ਦੁਕਾਨ ਤੇ ਜਾ ਕੇ ਆਪਾਂ ਮੁਲੱਪਾਂ ਦੀ ਦਵਾਈ ਲੈ ਕੇ ਆ ਕੇ ਪਸ਼ੂ ਨੂੰ ਦੇ ਦਿੱਤੀ, ਹੋ ਸਕਦਾ ਉਹਦਾ ਕੋਈ ਸਾਈਡ ਇਫੈਕਟ ਹੋਵੇ ਗੱਭਣ ਪਸ਼ੂ ਤੇ, ਠੀਕ ਹੈ ਜੀ। ਇਸ ਕਰਕੇ ਕੋਈ ਵੀ ਦਵਾਈ ਦੇਣੀ ਆ, ਮਾਡਰਨ ਮੈਡੀਸਨ ਜਿਹੜੀ ਕੋਈ ਦੇਣੀ ਆ, ਉਹ ਪਸ਼ੂ ਜਿਹੜੇ ਮਾਹਰ ਨੇ ਉਹਨਾਂ ਦੀ ਸਲਾਹ ਤੋਂ ਬਿਨਾਂ, ਕੋਈ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਮਤਲਬ ਵਾਇਰਲ ਹੋ ਜਾਂਦੀਆਂ, ਸੈਲਫ ਕਲੇਮਡ ਜਿਹੜੇ ਬੰਦੇ ਆਪਣੇ ਆਪ ਨੂੰ ਡਾਕਟਰ ਕਹਾਉਂਦੇ ਨੇ, ਉਹਨਾਂ ਕੋਲ ਕੋਈ ਕੋਰਸ ਨਹੀਂ ਹੈਗਾ, ਉਹਨਾਂ ਨੇ ਕੋਈ ਡਿਪਲੋਮਾ ਨਹੀਂ ਕੀਤਾ, ਕੋਈ ਡਿਗਰੀ ਨਹੀਂ ਕੀਤੀ, ਆਪਣੇ ਆਪ ਨੂੰ ਉਹ ਬੜੇ ਮਾਹਰ ਡਾਕਟਰ ਕਹਾਉਂਦੇ ਨੇ, ਇੱਦਾਂ ਕਰ ਲਓ ਉੱਦਾਂ ਕਰ ਲਓ, ਪਰ ਉਹਨਾਂ ਨੇ LSD ਵਿੱਚ ਵੀ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਔਰ ਰੂਟੀਨ 'ਚ ਕਰ ਰਹੇ ਨੇ। ਇਸ ਕਰਕੇ ਕਿਸੇ ਵੀ ਸੋਸ਼ਲ ਮੀਡੀਆ ਦੀ ਤੋਂ ਇਨਫਲੂਐਂਸ ਹੋ ਕੇ ਜਾਂ ਕਿਸੇ ਦੇ ਇੱਕ ਕੇਸ ਤੋਂ ਇਨਫਲੂਐਂਸ ਹੋ ਕੇ ਆਪਣੇ ਡਾਕਟਰ ਤੇ ਤੁਸੀਂ ਇਤਬਾਰ ਕਰੋ, ਉਹਨੂੰ ਤੁਸੀਂ, ਸਰਕਾਰ ਨੇ ਤੁਹਾਡੇ ਉਹਨੂੰ ਸੇਵਾ ਵਿੱਚ ਰੱਖਿਆ, ਤੁਸੀਂ ਉਹਦੀ ਸੇਵਾਵਾਂ ਦਾ, ਉਹਦੀ ਪੜ੍ਹਾਈ ਲਿਖਾਈ ਦਾ, ਉਹਦੀ ਐਜੂਕੇਸ਼ਨ ਦਾ, ਉਹਦੇ ਗਿਆਨ ਦਾ ਪੂਰਾ ਫਾਇਦਾ ਲਓ। ਸੋ ਡਾਕਟਰ ਸਾਹਿਬ, ਆਮ ਤੌਰ ਤੇ ਆਪਾਂ ਦੇਖਿਆ ਵੀ ਤੁਸੀਂ ਜਿਹੜੀ ਇਹ ਗੱਲ ਦੱਸੀ ਆ ਵੀ ਜਿਹੜਾ ਜੁਗਾੜ ਕਰਦੇ ਨੇ ਵੀ ਟੋਟਕੇ, ਵੀ ਜਦੋਂ ਪਸ਼ੂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ ਫਿਰ ਉਹ ਮਾਹਿਰ ਦੇ ਕੋਲ ਪਹੁੰਚਦੇ ਨੇ, ਪਰ ਤਦ ਤੱਕ ਬੜੀ ਦੇਰ ਹੋ ਚੁੱਕੀ ਹੁੰਦੀ ਆ। ਜੇ ਅੱਜ ਆਪਾਂ ਗੱਲ ਕਰੀਏ ਕਿ ਜਿਹੜੇ ਆਪਣੇ ਸਧਾਰਨ ਪਸ਼ੂ ਪਾਲਕ ਨੇ ਪਿੰਡਾਂ ਦੇ ਵਿੱਚ, ਜਿਹੜੇ 2-2 ਜਾਂ 3-3 ਡੰਗਰ ਜਿਨ੍ਹਾਂ ਦੇ ਕੋਲ ਨੇ, ਉਹਨਾਂ ਦੀ ਇੰਨੀ ਪਹੁੰਚ ਨਹੀਂ ਹੈ, ਉਹ ਮੀਡੀਆ ਤੱਕ ਜਾਂ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਇਨਫੋਰਮੇਸ਼ਨ ਟੈਕਨੋਲੋਜੀ ਦਾ ਇਸਤੇਮਾਲ ਨਹੀਂ ਕਰਦੇ, ਕਈ ਵਾਰ ਉਹਨਾਂ ਨੂੰ ਹੁੰਦਾ ਵੀ ਦੂਰ ਹੈ ਵੀ ਆਪਾਂ ਖੁਦ ਹੀ ਕਰ ਲਈਏ। ਕਿਹੜੀਆਂ ਸਾਵਧਾਨੀਆਂ ਦਾ ਧਿਆਨ ਉਹ ਰੱਖਣ ਤਾਂ ਕਿ ਬਰਸਾਤ ਦੇ ਦਿਨਾਂ ਵਿੱਚ ਉਹਨਾਂ ਨੂੰ ਮੁਸ਼ਕਲ ਨਾ ਆਵੇ? ਪਸ਼ੂ ਨੂੰ ਸਟ੍ਰੈਸ ਤੋਂ ਬਚਾਉਣਾ ਤੇ ਪਸ਼ੂ ਨੂੰ ਉਹਦੇ ਲਈ ਕਈ ਇਨਪੁਟਸ ਦੇਣੀਆਂ ਪੈਣਗੀਆਂ। ਸਭ ਤੋਂ ਪਹਿਲਾਂ ਤਾਂ ਆਪਾਂ ਮੰਨ ਕੇ ਚੱਲੀਏ ਵੀ ਹਰੇਕ ਪਸ਼ੂ ਦੇ ਪੇਟ ਵਿੱਚ ਕੀੜੇ ਨੇ, ਮੁਲੱਪ ਰਹਿਤ ਕਰਨਾ ਬਹੁਤ ਜ਼ਰੂਰੀ ਆ, ਚਾਹੇ ਉਹ ਛੋਟਾ ਬੱਚਾ, ਚਾਹੇ ਉਹ ਵੱਡਾ ਜਾਨਵਰ ਹੈ, ਚਾਹੇ ਉਹ ਦੁੱਧ ਦੇਣ ਵਾਲਾ, ਚਾਹੇ ਉਹ ਬੱਚਾ ਦੇਣ ਵਾਲਾ ਹੈ, ਉਹਨੂੰ ਮੁਲੱਪ ਰਹਿਤ ਕਰਨਾ ਬਹੁਤ ਜ਼ਰੂਰੀ ਆ। ਕਿਉਂਕਿ ਜਿਹੜਾ ਪੇਟ ਦੇ ਕੀੜੇ ਆ ਜਾਂ ਜਿਗਰ ਦੇ ਕੀੜੇ ਆ ਜਾਂ ਖੂਨ ਦੇ ਪਰਜੀਵੀ ਨੇ, ਇਹ ਸਾਰੇ ਸਟ੍ਰੈਸ ਪੈਦਾ ਕਰਦੇ ਇੱਕ ਅਲੱਗ ਤਰ੍ਹਾਂ ਦਾ ਪਸ਼ੂ ਦੇ। ਤੇ ਇਹ ਇੱਕ ਸਿੰਪਲ ਜਿਹਾ ਕੰਮ ਹੈ ਕਿ 25-30 ਰੁਪਏ ਦੀ ਗੋਲੀ ਛੋਟੇ ਜਾਨਵਰ ਲਈ 5 ਤੋਂ 7 ਰੁਪਏ ਦੀ ਗੋਲੀ ਜਿਹੜੀ ਆ ਤੁਹਾਡਾ ਅੱਧੇ ਤੋਂ ਜ਼ਿਆਦਾ ਮਸਲਾ ਹੱਲ ਕਰ ਸਕਦੀ ਹੈ। ਫਿਰ ਤੁਸੀਂ ਉਹਨੂੰ ਇਮਿਊਨਿਟੀ ਬੂਸਟਰ ਦੇਣਾ। ਮਤਲਬ ਉਸ ਤੋਂ ਪਹਿਲਾਂ ਵੀ ਇੱਕ ਗੱਲ ਕਹਾਂਗਾ ਕਿ ਅੱਜ ਕੱਲ੍ਹ ਦੇ ਮੌਸਮ 'ਚ ਚਿੱਚੜ ਬਹੁਤ ਹੋ ਜਾਂਦੇ ਨੇ, ਗਰਮੀਆਂ ਦੇ ਮੌਸਮ 'ਚ ਆਪਣੇ ਬਾੜੇ ਵਿੱਚ ਚਿੱਚੜ ਦੀ ਐਂਟਰੀ ਬਿਲਕੁਲ ਬੈਨ ਕਰ ਦਿਓ। ਕਿ ਚਿੱਚੜ ਜੇ ਤੁਹਾਡੇ ਪਸ਼ੂ ਤੇ ਆ ਗਿਆ, ਤੁਹਾਡੀਆਂ ਜਿਨ੍ਹਾਂ ਨੇ ਗਾਈਆਂ ਰੱਖੀਆਂ, ਤੇ ਸਮਝੋ ਤੁਹਾਡੇ ਉਹ ਜਿਹੜੀ ਲਾਭ ਦੀ ਪਰਸੈਂਟੇਜ ਆ ਉਹ ਚਿੱਚੜ ਖਾ ਗਿਆ। ਕਿਉਂਕਿ ਚਿੱਚੜ ਇੱਕ ਨਹੀਂ ਰਹਿਣਾ, ਚਿੱਚੜ ਨੇ ਅਗਾਂਹ ਤੋਂ ਅਗਾਂਹ ਆਪਣੀ ਪੈਦਾਵਾਰ ਵਧਾਉਣੀ ਆ। ਫੀਮੇਲ ਟਿਕਸ ਨੇ ਆਪਣੇ ਜਿਹੜੇ ਉਹਨਾਂ ਨੇ ਪ੍ਰੋਡਕਸ਼ਨ ਕਰੀ ਜਾਣੀ ਆ, ਤੇ ਚਿੱਚੜ ਨੂੰ ਜੀਂਦੇ ਰਹਿਣ ਲਈ ਖੂਨ ਚਾਹੀਦਾ, ਤੇ ਖੂਨ ਉਹਨੂੰ ਕਿੱਥੋਂ ਰੈਡੀਲੀ ਅਵੇਲੇਬਲ ਆ? ਗਾਈਆਂ ਤੋਂ। ਜੇ ਗਾਈਆਂ ਦਾ ਖੂਨ ਹੀ ਚੂਸ ਰਿਹਾ ਤੇ ਫਿਰ ਉਹਨੇ ਪ੍ਰੋਡਕਸ਼ਨ ਕੀ ਦੇਣੀ ਆ? ਆਪਾਂ ਮੰਨਦੇ ਆ ਕਿ ਦੁੱਧ ਜਿਹੜਾ ਆ ਉਹ ਖੂਨ ਦਾ ਇੱਕ ਪਰਿਵਰਤਿਤ ਰੂਪ ਆ, ਕਿਉਂਕਿ ਖੂਨ ਦਾ ਸਰਕਲ ਸਾਰਾ ਆਰਡਰ 'ਚੋਂ ਜਾਂਦਾ ਤਾਂ ਉਹਦੇ 'ਚੋਂ ਫਿਰ ਜਿਹੜੀਆਂ ਉਹ ਅਡਰ ਗਲੈਂਡਸ ਜਿਹੜੀਆਂ ਉਹ 'ਚੋਂ ਨਿਊਟ੍ਰੀਸ਼ਨ ਲੈ ਕੇ ਤਾਂ ਦੁੱਧ ਬਣਾਉਂਦੇ ਨੇ। ਜੇ ਅਲਟੀਮੇਟਲੀ ਖੂਨ ਹੀ ਘਟ ਗਿਆ, ਸਰੀਰ 'ਚ ਅਨੀਮਿਕ ਹੋ ਗਿਆ ਪਸ਼ੂ, ਤੇ ਉਹ ਦੁੱਧ ਦੀ ਪ੍ਰੋਡਕਸ਼ਨ ਕਿੱਥੋਂ ਪੂਰੀ ਕਰ ਸਕਦਾ? ਜੀ ਪਹਿਲੀ ਗੱਲ ਮੁਲੱਪ ਰਹਿਤ ਕਰਨਾ, ਦੂਜਾ ਚਿੱਚੜ ਦਾ ਸਫਾਇਆ ਕਰਨਾ। ਚਿੱਚੜਾਂ ਦੇ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ, ਖਿਲਾਉਣ ਤੋਂ ਲੈ ਕੇ ਲਾਉਣ ਤੱਕ, ਇੰਜੈਕਸ਼ਨ ਤੱਕ, ਤੁਸੀਂ ਆਪਣੇ ਡਾਕਟਰ ਦੀ ਸਲਾਹ ਨਾਲ ਯੂਜ਼ ਕਰੋ। ਆਪਣੇ ਪਸ਼ੂਆਂ ਨੂੰ ਚਿੱਚੜ ਰਹਿਤ ਕਰੋ, ਮੁਲੱਪ ਰਹਿਤ ਕਰੋ। ਫਿਰ ਜਿਹੜੇ ਤੁਹਾਡੀ ਸ਼ੈੱਡ ਆ ਉੱਥੇ ਗਾਹੇ ਬਗਾਹੇ ਉਹਨੂੰ ਸਾਫ਼ ਕਰਕੇ ਸਿੰਪਲ ਪਾਣੀ ਨਾਲ ਧੋ ਕੇ, ਚਾਹੇ ਉੱਥੇ ਚੂਨੇ ਦਾ ਹੀ ਸਪਰੇਅ ਕਰ ਦਿਓ, ਮਤਲਬ ਜਾਂ ਫਿਰ ਜੇ ਤੁਸੀਂ ਕੋਈ ਆਰਗੇਨਾਈਜ਼ਡ ਡੇਅਰੀ ਆ ਉੱਥੇ ਇਨਸੈਕਟੀਸਾਈਡ ਜਾਂ ਪੈਸਟੀਸਾਈਡ ਦਾ ਸਪਰੇਅ ਕਰੋ ਤਾਂ ਜੋ ਉੱਥੇ ਕੋਈ ਫੰਗਸ ਨਾ ਆ ਸਕੇ। ਸੋ ਡਾਕਟਰ ਸਾਹਿਬ, ਅੱਜ ਦਾ ਜਿਹੜਾ ਸਮਾਂ ਆ ਇੱਥੇ ਲੋੜ ਹੈ ਕਿ ਅਸੀਂ ਜਿਹੜੇ ਮਾਹਿਰ ਨੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰੀਏ। ਕਿਸੇ ਕਿਸਮ ਦੀ ਜਦੋਂ ਵੀ ਕੋਈ ਸਮੱਸਿਆ ਆਉਂਦੀ ਆ, ਮਾਹਿਰਾਂ ਦੇ ਨਾਲ ਮਿਲ ਕੇ ਰਾਏ ਲੈ ਕੇ ਫਿਰ ਹੀ ਅਸੀਂ ਉਹਦਾ ਕੋਈ ਪ੍ਰਬੰਧ ਕਰੀਏ, ਕਿਉਂਕਿ ਵਿਭਾਗ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਲਗਾਤਾਰ।
ਸੋ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਪਸ਼ੂ ਪਾਲਕਾਂ ਨਾਲ ਬਰਸਾਤ ਦੇ ਦਿਨਾਂ ਵਿੱਚ ਸਾਂਭ ਸੰਭਾਲ ਸੰਬੰਧੀ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਕਿਸਾਨ ਦੋਸਤੋ ਤੁਸੀਂ ਅੱਜ ਡਾਕਟਰ ਸਾਹਿਬ ਦੀ ਜਾਣਕਾਰੀ ਤੋਂ ਭਰਪੂਰ ਫਾਇਦਾ ਉਠਾਓਗੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਅਗਲੇ ਸਫ਼ਰ ਤੇ ਫਿਰ ਮਿਲਾਂਗੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਭਾਰਤ ਸਰਕਾਰ ਨੇ ਦਾਲਾਂ ਦੀ ਉਪਜ ਵਧਾਉਣ ਲਈ ਸਾਲ 2023-24 ਨੂੰ ਮੁੱਲ ਸਮਰਥਨ ਯੋਜਨਾ PSS ਦੇ ਤਹਿਤ ਅਰਹਰ, ਮਾਂ ਅਤੇ ਮਸਰ ਦੀ ਖਰੀਦ ਸੀਮਾ ਹਟਾ ਦਿੱਤੀ ਹੈ। ਕਿਸਾਨ ਹੁਣ ਇਸ ਸਾਲ ਮੁੱਲ ਸਮਰਥਨ ਯੋਜਨਾ PSS ਦੇ ਤਹਿਤ ਅਰਹਰ, ਮਾਂ ਅਤੇ ਮਸਰ ਦੀ ਆਪਣੀ ਉਪਜ ਦਾ ਜਿੰਨਾ ਮਰਜ਼ੀ ਹਿੱਸਾ ਵੇਚ ਸਕਦੇ ਹਨ। ਇਸ ਫੈਸਲੇ ਨਾਲ ਅਗਲੀ ਸਾਉਣੀ ਅਤੇ ਹਾੜੀ ਦੇ ਮੌਸਮ ਵਿੱਚ ਇਹਨਾਂ ਦਾਲਾਂ ਦੀ ਬਿਜਾਈ ਦਾ ਰਕਬਾ ਵਧਣ ਦੀ ਉਮੀਦ ਹੈ। ਉਪਭੋਗਤਾ ਮਸਲਿਆਂ ਦੇ ਵਿਭਾਗ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਰਹਰ, ਮਾਂ ਅਤੇ ਮਸਰ ਤੇ ਲੱਗੀ ਸਟਾਕ ਸੀਮਾ ਦਾ ਸਖਤੀ ਨਾਲ ਪਾਲਣ ਕਰਨ ਅਤੇ ਇਹਨਾਂ ਦੀਆਂ ਕੀਮਤਾਂ ਤੇ ਨਿਗਰਾਨੀ ਰੱਖਣ।